ਵਾਹਿਗੁਰੂ 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 ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਮਹਿਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮਿੱਠੀ, ਗੁਰਮੁਖ ਵਿਰਲੇ ਕਿਨੈ ਚਖ ਡਿਠੀ, ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੈ ਸ਼ਬਦ ਵਜਾਵਨਿਆ, ਹੋਂ ਵਾਰੀ ਜੀਉ ਵਾਰੀ, ਗੁਰ ਚਰਨੀ ਚਿਤ ਲਾਵਨਿਆ, ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾਵਨਿਆ, ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ, ਤੇਰਾ ਸੱਚੇ ਕਿਨੈ ਅੰਤ ਨ ਪਾਇਆ, ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ, ਤੁਧ ਸਾ ਲਾਹੇ ਨ ਰੱਜਾਂ ਕਬਹੂ, ਸੱਚੇ ਨਾਵੈ ਕੀ ਭੁਖ ਲਾਵਨਿਆ, ਏਕੋ ਵੇਖਾ ਅਵਰ ਨ ਬੀਆ, ਏਕੋ ਵੇਖਾਂ ਅਵਰ ਨ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਜੇ ਸੂਖ ਸਮਾਵਨਿਆ, ਰਤਨ ਪਦਾਰਥ ਪਲਰ ਤਿਆਗੈ, ਮਨ ਮੁਖ ਅੰਧਾ ਦੂਜੈ ਪਾਏ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੈ ਸੁਖ ਨ ਪਾਵਨਿਆ, ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਆਪਣੀ ਕਿਰਪਾ ਕਰੇ ਸੋਈ ਜਨ ਪਾਏ,
जन पाए। गुर का शब्द मन वसाए। गुर का शब्द मन वसाए। अन दिन सदा रहै पै अंदर। अन दिन सदा रहै पै अंदर। भै मार भरम चुकावनिया। पै मार परम चुकावनिया। भरम चुकाया सदा सुख पाया। परम चुकाया सदा सुख पाया। गुर प्रसाद परम पद पाया। गुर प्रसाद परम पद पाया। अंतर निर्मल निर्मल बाणी। अंतर निर्मल निर्मल बाणी। हर गुण सहजे गावनिया। हर गुण सहजे गावनिया। सिमरत सासत वेद वखानै। सिमरत सास्त वेद वखाणै। परमे पुला तत् न जानै। परमे पूला तत् न जाणै। बिन सतगुर सेवे सुख न पाए। बिन सतगुर सेवे सुख न पाए। दुखो दुख कमावनिया। दुखो दुख कमावनिया। आप करे किस आखै कोई। आप करे किस आखै कोई। आखन जाइयै जे भुला होई। आखण जाइए जे भूला होई। नानक आपे करे कराए। नानक आपे करे कराए। नामे नाम समावनिया। ਨਾਮੇ ਨਾਮ ਸਮਾਵਣਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 113 ਨੰਬਰ ਪੰਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਮਾਝ ਰਾਗ ਦੇ ਅਸ਼ਟਪਦੀਆਂ ਵੀ ਸਾਨੂੰ ਸਮਝਾ ਰਹੇ ਨੇ ਕਿ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ। ਜੋ ਗੁਰੂ ਦੀ ਇਹ ਮਿੱਠੀ ਬਾਣੀ ਹੈ, ਗੁਰੂ ਜੀ ਕਹਿੰਦੇ ਇਹ ਅੰਮ੍ਰਿਤ ਬਾਣੀ ਹੈ। ਭਾਵ ਇਹ ਮਰੀ ਹੋਈ ਆਤਮਾ ਨੂੰ ਜੀਵਤ ਕਰਨ ਵਾਲੀ ਹੈ। ਸਾਡੀ ਆਤਮਾ ਮਰੀ ਹੁੰਦੀ ਹੈ ਨਾ, ਗਲਤ ਕੰਮ ਕਰੀ ਜਾਂਦੇ ਜ਼ਿੰਦਗੀ 'ਚ, ਅਸੀਂ ਪੁੱਠੇ ਰਸਤਿਆਂ 'ਤੇ ਤੁਰੀ ਜਾਂਦੇ ਹਾਂ, ਸਾਡਾ ਜੀਵਨ ਨਹੀਂ ਸਮਝਦਾ। ਕਹਿੰਦੇ ਜਿਹੜਾ ਉਹ ਅੰਦਰੋਂ ਮਰਿਆ ਹੋਇਆ ਨਾ ਸਿਸਟਮ, ਉਹਨੂੰ ਜੀਵਤ ਕਰਨ ਵਾਲੀ ਇਹ ਬਾਣੀ ਹੈ, ਜਿਹੜੀ ਗੁਰੂ ਦੀ ਮਿੱਠੀ ਬਾਣੀ ਹੈ। ਮਿੱਠੀ ਦਾ ਬਾਣੀ ਦਾ ਮਤਲਬ ਹੁੰਦਾ ਹੈ ਜਿਹੜੀ ਤੁਹਾਡੇ ਅੰਦਰ ਆਨੰਦ ਪੈਦਾ ਕਰਦੀ ਹੈ। ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ, ਗੁਰੂ ਦੀ ਬਾਣੀ ਸੁਣ ਕੇ ਸਾਡੀ ਮਰੀ ਹੋਈ ਆਤਮਾ ਜਾਗਦੀ ਹੈ, ਸਾਨੂੰ ਫਿਰ ਚੰਗਾ ਲੱਗਦਾ ਹੈ। ਜਦੋਂ ਅਸੀਂ ਮਰੀ ਹੋਈ ਆਤਮਾ ਨਾਲ ਮਰੇ ਹੋਏ ਕੰਮ ਕਰੀ ਜਾਂਦੇ ਹਾਂ, ਫਿਰ ਅਸੀਂ ਹਮੇਸ਼ਾ ਹੀ ਦੁਖੀ ਹੁੰਦੇ ਹਾਂ। ਕਰੀ ਤਾਂ ਜਾਂਦੇ ਹਾਂ ਗਲਤੀਆਂ ਉਹ, ਪਰ ਉਹਨਾਂ ਦੇ ਰਿਜ਼ਲਟ ਦੁੱਖ ਹੀ ਮਿਲਦੇ ਨੇ। ਜਿਵੇਂ ਗੁਰੂ ਨੇ ਬੱਚਿਆਂ ਨੂੰ ਕਿਹਾ ਵੀ ਤੁਸੀਂ ਪੜ੍ਹੋ, ਜੇ ਨਹੀਂ ਪੜ੍ਹਾਂਗੇ ਕੁਛ ਨਹੀਂ ਬਣਦੇ ਜ਼ਿੰਦਗੀ 'ਚ, ਫਿਰ ਸਾਰੀ ਉਮਰ ਛਿੱਤਰ ਖਾਣ 'ਤੇ ਜ਼ਿੰਦਗੀ ਨਿਕਲ ਜਾਂਦੀ ਹੈ। ਨਹੀਂ ਕੁਛ ਸਿੱਖਿਆ, ਨਹੀਂ ਸਹੀ ਰਸਤੇ ਨੂੰ ਫੜਿਆ। ਤਾਂ ਗੁਰੂ ਜੀ ਦੀ ਉਹ ਬਾਣੀ ਹੈ, ਉਹ ਬੜੀ ਮਿੱਠੀ ਅਤੇ ਪਿਆਰੀ ਹੈ। ਭਾਵ ਸਹੀ ਰਸਤਾ ਦਿਖਾਉਣ ਵਾਲੀ ਹੈ, ਜਿਹੜੀ ਸਾਡੀ ਮਰੀ ਹੋਈ ਆਤਮਾ ਨੂੰ, ਮਰੇ ਹੋਏ ਜ਼ਮੀਰ ਨੂੰ ਜਗਾਉਂਦੀ ਹੈ। ਗੁਰਮੁਖ ਵਿਰਲੇ ਕਿਨੈ ਚਖ ਡਿੱਠੀ। ਕਹਿੰਦੇ ਕਿਸੇ ਵਿਰਲੇ ਮਨੁੱਖ ਨੇ ਹੀ ਇਸ ਨੂੰ ਚੱਕ ਕੇ ਡਿੱਠਿਆ ਹੈ। ਭਾਵ ਉਸ ਨੇ ਹੀ ਇਸ ਨੂੰ ਚੱਕ ਕੇ ਡਿੱਠਿਆ ਹੈ ਜਿਹੜਾ ਗੁਰੂ ਦੇ ਸਨਮੁਖ ਹੋਇਆ। ਗੁਰਮੁਖ ਜਿਹਨੇ ਗੁਰੂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ, ਆਪਣੀ ਆਤਮਾ ਨਾਲ ਲੜਿਆ, ਆਪਣੇ ਮਨ ਨਾਲ ਲੜਿਆ ਕਿ ਮੈਂ ਗਲਤ ਕੰਮਾਂ ਵਾਲੇ ਪਾਸੇ ਨਹੀਂ ਜਾਣਾ, ਮੇਰੀ ਜ਼ਿੰਦਗੀ ਦਾ ਉਦੇਸ਼ ਹੈ ਜੋ ਗੁਰੂ ਜੀ ਮੈਨੂੰ ਸਮਝਾ ਰਹੇ ਨੇ, ਮੈਂ ਉੱਦਾਂ ਦਾ ਜੀਵਨ ਬਣਾਉਣਾ ਆਪਣਾ। ਕਹਿੰਦੇ ਉਸ ਨੂੰ ਇਸ ਨੂੰ ਮਹਿਸੂਸ ਕੀਤਾ। ਫਿਰ ਜਿਹਦੀ ਆਤਮਾ ਜਾਗੀ ਹੋਵੇ, ਉਹਨੂੰ ਪਤਾ ਨਾ ਮੇਰੀ ਆਤਮਾ ਜਾਗੀ ਹੈ। ਪਹਿਲਾਂ ਮਰੀ ਹੋਈ ਸੀ ਮੈਂ ਪੁੱਠੇ, ਜਿਵੇਂ ਆਪਾਂ ਭਾਈ ਸੱਜਣ ਜੀ ਦੀ ਗੱਲ ਕਰਦੇ ਹਾਂ, ਭਾਈ ਕੋਡਾ ਜੀ ਦੀ ਗੱਲ ਕਰਦੇ ਹਾਂ, ਜਿਹਦੀ ਆਪਾਂ ਗੱਲ ਸੁਣਦੇ ਹਾਂ ਨਾ, ਆਤਮਾ ਜਾਗੀ ਸੀ ਨਾ। ਬੰਦਾ ਸਿੰਘ ਬਹਾਦਰ ਜੀ ਦੀ ਆਤਮਾ ਜਾਗੀ ਸੀ ਨਾ। ਪਹਿਲਾਂ ਕੁਛ ਕਰਦੇ ਸੀ, ਗੁਰੂ ਜੀ ਨੇ ਸਮਝਾਇਆ, ਤਾਂ ਅੱਜ ਪੂਰੀ ਦੁਨੀਆ ਨੂੰ ਉਹਨਾਂ ਨੂੰ ਜਾਣਦੀ ਹੈ ਨਾ। ਦੇਖੋ, ਨਹੀਂ ਕਿਹਨੇ ਪੁੱਛਣਾ ਸੀਗਾ, ਉਹਦੇ ਕਿੰਨੇ ਕੁ ਹੋਰ ਬੈਰਾਗੀ ਹੋਏ ਨੇ ਉਸ ਟਾਈਮ। ਜਾਣਦੇ ਹਾਂ ਅਸੀਂ ਕਿਸੇ ਨੂੰ? ਨਹੀਂ ਜਾਣਦੇ। ਜੋ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾ ਦਿੰਦੇ ਨੇ, ਉਹਨਾਂ ਨੂੰ ਫਿਰ ਦੁਨੀਆ ਨਮਸਕਾਰ ਕਰਦੀ ਹੈ। ਨਮਸਕਾਰ ਕਰਨਾ ਮਤਲਬ ਕਦੀ ਇਹ ਨਹੀਂ ਹੁੰਦਾ ਆਪਾਂ ਹੋਰ ਪਾਸੇ ਲੈ ਜਾਂਦੇ ਹਾਂ। ਕਈ ਵਾਰ ਅਸੀਂ ਉਹਨੂੰ ਜਿਹੜੇ ਫਿਰ ਪੈਸੇ ਰਖਾ ਖਾ ਕੇ ਪੈਰਾਂ 'ਤੇ ਮੱਥੇ ਟਿਕਾ ਲਾ ਜਾਂਦੇ ਨੇ, ਉਹ ਕੰਮ ਨਹੀਂ ਕਰਦੇ ਕਦੀ ਵੀ। ਗੁਰਮੁਖ ਨੂੰ ਪਤਾ ਹੈ ਕਿ ਮੈਨੇ ਇਹ ਕੰਮ ਕਦੀ ਕਰਨਾ ਹੀ ਨਹੀਂ ਹੈ। ਜਿਹੜੇ ਪਖੰਡੀ ਹੁੰਦੇ ਨੇ ਫਿਰ ਉਹ ਇਹ ਕੰਮਾਂ 'ਚ ਪੈ ਜਾਂਦੇ ਨੇ, ਪੈਰਾਂ 'ਤੇ ਪੈਸੇ ਰਖਾ ਕੇ ਮੱਥੇ ਟਿਕਾਉਂਦੇ ਨੇ। ਦੇਖੋ, ਕਿਸੇ ਦੇ ਗੋਡੀ ਹੱਥ ਲਾਉਣਾ ਤਾਂ ਬਜ਼ੁਰਗਾਂ ਦੇ ਵੀ ਲਾ ਦਿੰਦੇ ਆ, ਇਹ ਮਾੜਾ ਕੰਮ ਨਹੀਂ ਹੁੰਦਾ। ਚਲੋ, ਕਿਸੇ ਨੂੰ ਨਮਸਕਾਰ ਕਰਨੀ, ਦੇਖੋ ਬਜ਼ੁਰਗਾਂ ਦੀ ਆਪਾਂ ਰਿਸਪੈਕਟ ਕਰਦੀ ਹਾਂ, ਪਰ ਜਦੋਂ ਅਸੀਂ ਉਹ ਪੈਸੇ ਟਿਕਾ ਕੇ ਮੱਥੇ ਟਿਕਾਉਂਦੇ ਨੇ ਤਾਂ ਮਤਲਬ ਆਪਣੇ ਨੂੰ ਗੁਰੂ ਦੇ ਬਰਾਬਰ ਸਮਝਣ ਲੱਗ ਜਾਂਦੇ ਨੇ।
ਕਿਸੇ ਦੀ ਰਿਸਪੈਕਟ ਕਰਨਾ ਇੱਕ ਅਲੱਗ ਚੀਜ਼ ਹੈ, ਕਿਸੇ ਨੂੰ ਗੁਰੂ ਦੀ ਥਾਂ ਦੇ ਦੇਣਾ ਇੱਕ ਬੜੀ ਖਤਰਨਾਕ ਚੀਜ਼ ਹੈ। ਇਹ ਬਾਬੇ, ਇਹ ਪੁਜਾਰੀ ਆਪਣੇ ਆਪ ਨੂੰ ਗੁਰੂ ਵਾਂਗੂ, ਗੁਰੂ ਗ੍ਰੰਥ ਸਾਹਿਬ ਵਾਂਗੂ ਜਾਂ ਗੁਰੂ ਵਾਂਗੂ ਸਮਝਣ ਲੱਗ ਜਾਂਦੇ ਨੇ ਵੀ ਅਸੀਂ ਬਸ। ਭਗਤ ਪੂਰਨ ਸਿੰਘ ਜੀ ਨੇ ਜੀਵਨ ਲੇਖੇ ਲਾਇਆ, ਅਸੀਂ ਭਗਤ ਜੀ ਕਹਿੰਦੇ ਹਾਂ ਕਿ ਉਹਨਾਂ ਨੇ ਆਪਣੇ ਪੈਰਾਂ ਦੇ ਮੱਥੇ ਟਿਕਾਏ ਨੇ ਲੋਕਾਂ ਦੇ। ਕਦੀ ਸੁਣਿਆ ਕਦੀ ਉਹਨਾਂ ਦੇ ਪੈਰਾਂ ਦੇ ਲੋਕ ਮੱਥੇ ਟੇਕਦੇ ਸੀ ਜਾ ਜਾ ਕੇ, ਪੈਸੇ ਰੱਖ ਰੱਖ ਕੇ। ਹਾਂ, ਨਮਸਕਾਰ ਕਰਨ ਲਈ ਕੋਈ ਗੋਡੀ ਹੱਥ ਲਾ ਦੇਵੇ ਇੱਕ ਅਲੱਗ ਚੀਜ਼ ਹੈ। ਦੇਖੋ, ਉਹਨੂੰ ਇਹਦੇ ਨਾਲ ਕਨਫਿਊਜ਼ ਨਹੀਂ ਕਰਨਾ ਗੱਲ ਨੂੰ। ਉਹ ਤਾਂ ਆਪਾਂ ਆਪਣੇ ਟੀਚਰ ਦੇ ਵੀ ਲਾਉਂਦੇ ਹਾਂ, ਆਪਣੇ ਵੈਸੇ ਵੀ ਸਤਿਕਾਰ ਜਿਹੜੇ ਆਪਾਂ ਕਰਦੇ ਹਾਂ ਬੜਿਆਂ ਦਾ, ਆਪਾਂ ਕਿਸੇ ਰਿਸ਼ਤੇ 'ਚ ਜਾਂਦੇ ਉੱਥੇ ਵੀ ਲਾਉਂਦੇ ਹਾਂ। ਉਹ ਇੱਕ ਡਿਫਰੈਂਟ ਮੈਟਰ ਹੈ। ਮਤਲਬ ਇਹ ਦੋਨਾਂ ਚੀਜ਼ਾਂ ਸਾਨੂੰ ਥੋੜ੍ਹੀ ਜਿਹੀ ਆਪਣੀ ਵਿਵੇਕ ਬੁੱਧੀ ਨੂੰ ਜਗਾਉਣਾ ਪਊਗਾ, ਤਾਂ ਸਾਨੂੰ ਇਹ ਚੀਜ਼ਾਂ ਦੇ ਵਿੱਚ ਫ਼ਰਕ ਮਹਿਸੂਸ ਹੋਊਗਾ। ਅੰਤਰ ਪ੍ਰਗਾਸ ਮਹਾਰਸ ਪੀਵੈ। ਫਿਰ ਜਿਹੜੇ ਗੁਰਮੁਖ ਜਨ ਗੁਰੂ ਅਨੁਸਾਰ ਚੱਲ ਕੇ ਉਹ ਵਿਰਲੇ ਬਣ ਜਾਂਦੇ ਨੇ। ਭਾਵ ਵਿਰਲੇ ਬਣਨ ਦਾ ਮਤਲਬ ਇਹ ਨਹੀਂ ਕਿ ਕੋਈ ਉਹਨਾਂ ਦੇ ਉੱਪਰ ਲੱਗਦੀ ਚੀਜ਼ ਹੋ ਜਾਂਦੀ ਹੈ। ਵਿਰਲੇ ਬਣਨ ਦਾ ਮਤਲਬ ਹੈ ਉਹਨਾਂ ਆਪਣੀ ਜੀਵਨ ਸ਼ੈਲੀ ਨੂੰ ਬਦਲ ਲੈਂਦੇ ਨੇ। ਉਹਨਾਂ ਦਾ ਜੀਵਨ ਜੀਣ ਦਾ ਤਰੀਕਾ ਹੀ ਹੋਰ ਹੋ ਜਾਂਦਾ ਹੈ। ਉਹ ਸੱਚ ਵਾਲਾ ਜੀਵਨ ਜਿੰਦੇ ਨੇ। ਕਿਹੜਾ ਜੀਵਨ ਜਿੰਦੇ ਨੇ? ਸੱਚ ਵਾਲਾ। ਫਿਰ ਕੀ ਹੁੰਦਾ ਉਹਨਾਂ ਦੇ ਅੰਦਰ? ਅੰਤਰ ਪ੍ਰਗਾਸ। ਉਹਨਾਂ ਦੇ ਅੰਦਰ ਕੀ ਹੋ ਜਾਂਦਾ ਜੀ? ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ, ਚਾਨਣਾ ਹੋ ਜਾਂਦਾ। ਕੀ ਹੋ ਜਾਂਦਾ? ਚਾਨਣ ਹੁੰਦਾ। ਜਿਹਦੇ ਅੰਦਰ ਗਿਆਨ ਆਉਂਦਾ, ਰੋਸ਼ਨੀ ਹੁੰਦੀ ਹੈ, ਉੱਥੇ ਹਨੇਰੇ ਵਾਲੇ ਰਸਤੇ 'ਚ ਚਾਨਣਾ ਹੋ ਜਾਂਦਾ ਜੇ ਹਨੇਰਾ ਹੋਵੇ ਅੰਦਰ। ਫਿਰ ਮਹਾਰਸ ਪੀਵੈ, ਕਹਿਣ ਦਿਓ ਮਹਾਰਸ ਪੀਵੈ। ਫਿਰ ਅੰਦਰਲਾ ਉਹ ਰਸ ਪੀਂਦੇ ਨੇ, ਆਨੰਦਮਈ ਰਸ ਪੀਂਦੇ ਨੇ। ਮਹਾਰਸ, ਪਰਮਾਤਮਾ ਦੇ ਆਨੰਦਮਈ ਰਸ, ਅਨਹਦ ਰਾਗ ਜਿਹਨੂੰ ਆਪਾਂ ਕਹਿੰਦੇ ਹਾਂ। ਫਿਰ ਉਹ ਬੜਾ ਸਹਿਜ ਅਵਸਥਾ ਵਿੱਚ ਜੀਵਨ ਜੀਂਦੇ ਨੇ। ਮਤਲਬ ਕਿ ਨਾ ਉਹ ਕਿਸੇ ਗੱਲ ਦਾ ਗੁੱਸਾ ਕਰਦੇ ਨੇ, ਨਾ ਹੀ ਕਿਸੇ ਵਡਿਆਈਆਂ ਜਾਂਦੇ ਨੇ। ਇੱਕ ਪੈਰਲਲ, ਇੱਕ ਸਮਤਲ ਜੀਵਨ ਹੋ ਜਾਂਦਾ ਜਿਹਦੇ ਵਿੱਚ ਬੈਲੈਂਸ ਹੁੰਦਾ ਲਾਈਫ 'ਚ। ਇੱਕ ਬੈਲੈਂਸ ਲਾਈਫ ਜਿੰਦੇ ਨੇ ਉਹ ਆਪਣੀ। ਦਰ ਸੱਚੈ ਸ਼ਬਦ ਵਜਾਵਨਿਆ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਜਿਹੜਾ ਦਰ ਹੈ, ਜੋ ਦਿਮਾਗ ਹੈ, ਜਿਹਦੀ ਆਪਾਂ ਗੱਲ ਕਰਦੇ ਹਾਂ, ਕੋਈ ਬੁੱਧੀ ਸਾਰਾ ਕੁਛ ਚਲਾਉਂਦੀ ਹੈ ਨਾ, ਉੱਥੇ ਸੱਚਾ ਸ਼ਬਦ ਚੱਲਣਾ ਸ਼ੁਰੂ ਹੋ ਜਾਂਦਾ ਹੈ। ਝੂਠ ਨਿਕਲ ਜਾਂਦਾ, ਕਿਉਂਕਿ ਦਿਮਾਗ 'ਚ ਗੰਦਗੀ ਨਿਕਲਦੀ ਹੈ ਜਿੰਨੀ ਨਿਕਲਦੀ ਹੈ। ਹੁਣ ਇਹ ਪੜ੍ਹ ਰਹੀ ਹੈ, ਚਾਹੇ ਸਿਮਰਨ ਹੈ, ਆਪਾਂ ਨਾਮ ਲੈਣ ਕੇ ਚੱਲ ਕਰਦੇ ਹਾਂ। ਹੁਣ ਇਹਦਾ ਇਸ ਟਾਈਮ ਜੀਵਨ ਹੈ। ਚਾਹੇ ਤਾਂ ਇਹ ਉਹ ਫਿਲਮਾਂ ਦੇਖ ਕੇ, ਗਾਣੇ ਸੁਣ ਕੇ ਇਹ ਸਮੇਂ ਨੂੰ ਉਹ ਜਿਹੜਾ ਦਿਖਾਉਂਦੇ ਨੇ ਮੁੰਡੇ ਕੁੜੀਆਂ ਦੇ ਚੱਕਰ ਵਾਲੇ ਕੰਮ 'ਚ ਪੈ ਕੇ ਉਹਨਾਂ ਜ਼ਿੰਦਗੀ ਬਰਬਾਦ ਕਰ ਲਵੇ, ਕਿਉਂਕਿ ਆਹ ਸਮਾਂ ਨਿਕਲ ਗਿਆ, ਜ਼ਿੰਦਗੀ ਫਿਰ ਚਿੱਤਰਾਂ ਦੇ ਵਿਖਾ ਰਿਹਾ। ਜਾਂ ਇਸ ਜੀਵਨ ਨੂੰ ਗੁਰੂ ਅਨੁਸਾਰ ਜੀ ਕੇ ਇੱਕ ਲਕਸ਼ ਬਣਾ ਕੇ ਆਪਣੀ ਪੜ੍ਹਾਈ ਵੱਲ ਕੰਸਨਟਰੇਟ ਕਰ ਲਵੇ। ਇੱਕ ਹੁੰਦੇ ਨਾ ਬੱਚੇ ਜਿਹੜੇ 24 ਘੰਟੇ ਪੜ੍ਹਦੇ ਨੇ, 24 ਘੰਟੇ ਪੜ੍ਹਨਾ ਹੁੰਦਾ ਜਿਹੜਾ ਲਗਾਤਾਰ ਪੜ੍ਹਦੇ ਨੇ, ਜਿਹਨਾਂ ਅੰਦਰ ਇੱਕ ਅੱਗ ਲੱਗ ਜਾਂਦੀ ਹੈ ਕੁਛ ਕਰਨ ਦੀ ਜ਼ਿੰਦਗੀ 'ਚ, ਇੱਕ ਜੋਸ਼ ਆ ਜਾਂਦਾ ਹੈ। ਫਿਰ ਉਹ ਅਲੱਗ ਰਸਤਿਆਂ ਦੇ ਧਾਰਨੀ ਬਣ ਜਾਂਦੇ ਨੇ। ਕਿਉਂ? ਕਿਉਂਕਿ ਜਦੋਂ ਸਮਾਂ ਬੀਤਦਾ ਫਿਰ ਆਪਣੇ ਕਿੱਤੇ ਦਾ ਫਲ ਉਹ ਆਪੇ ਪ੍ਰਾਪਤ ਕਰਦਾ। ਫਿਰ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਦੁਖੀ ਕਿਉਂ ਹਾਂ। ਠੀਕ ਹੈ ਜੀ। ਗੁਰੂ ਜੀ ਕਹਿੰਦੇ ਜਿਹੜਾ ਵਿਅਕਤੀ ਇਹ ਕੰਮ ਕਰਦਾ ਹੈ, ਜਿਹੜੀ ਆਪਾਂ ਗੱਲਾਂ ਕੀਤੀਆਂ ਸਾਰੀਆਂ, ਕਹਿੰਦੇ ਹੋਂ ਵਾਰੀ ਜੀਓ ਵਾਰੀ, ਮੈਂ ਵਾਰਨੇ ਜਾਂਦਾ ਹਾਂ, ਮੇਰਾ ਜਿੰਦ ਕੁਰਬਾਨ ਜਾਂਦੀ ਹੈ ਉਸ ਤੋਂ। ਕਿਹਦੇ? ਗੁਰ ਚਰਨੀ ਚਿਤ ਲਾਵਣਿਆ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ, ਆਪਣੇ ਮਨ ਨੂੰ ਲਗਾਇਆ। ਇਸ ਦਾ ਮਤਲਬ ਕੀ ਹੈ? ਜਿਸ ਨੇ ਆਪਣੇ ਆਪ ਨੂੰ ਗੁਰੂ ਅਨੁਸਾਰ ਢਾਲ ਲਿਆ, ਆਪਣੇ ਜੀਵਨ ਨੂੰ ਗੁਰੂ ਅਨੁਸਾਰ ਢਾਲ ਲਿਆ, ਆਪਣੇ ਆਪ ਨੂੰ ਬਦਲ ਲਿਆ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ। ਜੋ ਸੱਤ ਦਾ ਗਿਆਨ ਹੈ, ਸੱਚੇ ਗੁਰੂ ਹੈ, ਜੋ ਸੱਚੀ ਸਿੱਖਿਆ ਦਿੰਦਾ ਹੈ, ਜਿੱਥੋਂ ਸੱਚ ਪ੍ਰਾਪਤ ਹੁੰਦਾ ਹੈ। ਸਤਿਗੁਰ, ਗੁਰ ਦਾ ਮਤਲਬ ਗਿਆਨ, ਸਤ ਦਾ ਮਤਲਬ ਸੱਚ, ਸੱਚਾ ਗਿਆਨ। ਕਹਿੰਦੇ ਇਹੀ ਅਸਲ 'ਚ ਅੰਮ੍ਰਿਤਸਰ ਸੱਚ ਹੈ। ਇਹੀ ਅੰਮ੍ਰਿਤ ਦਾ ਸਰੋਵਰ ਹੈ, ਸੱਚੇ ਅੰਮ੍ਰਿਤ ਦਾ ਸਰੋਵਰ। ਅਸੀਂ ਕਿਸੇ ਹੋਰ ਚੱਕਰ 'ਚ ਪੈ ਗਏ। ਸਾਨੂੰ ਗੁਰੂ ਜੀ ਵਾਰ-ਵਾਰ ਸਮਝਾ ਰਹੇ ਨੇ ਕੀ ਹੈ ਇਹ ਚੀਜ਼। ਇਹ ਅਸਲ 'ਚ ਇਹੀ ਅੰਮ੍ਰਿਤ ਦਾ ਸਰੋਵਰ ਹੈ। ਮਨ ਨਹਾਵੈ ਮੈਲ ਚੁਕਾਵਣਿਆ। ਇਹਦੇ ਵਿੱਚ ਫਿਰ ਮਨ ਨਹਾਉਂਦਾ ਹੈ। ਮਨ ਕੀ ਕਰਦਾ? ਫਿਰ ਇਹ ਸਰੋਵਰ 'ਚ ਨਹਾਉਂਦਾ ਹੈ। ਅਸੀਂ ਕਿਹੜੇ ਸਰੋਵਰਾਂ 'ਚ ਨਹਾਈ ਜਾਂਦੇ ਜਾ ਕੇ? ਸੋਚੀ ਜਾਂਦੇ ਸਾਡੇ ਪਾਪ ਉਤਰ ਜਾਣਗੇ। ਗੁਰੂ ਜੀ ਕਹਿੰਦੇ ਸਤਿਗੁਰ ਦਾ ਜਿਹੜਾ ਸ਼ਬਦ ਹੈ ਉਹ ਤੇਰੇ ਅੰਦਰ ਚੱਲ ਰਿਹਾ, ਉਹ ਅੰਮ੍ਰਿਤ ਸਰੋਵਰ ਤੇਰੇ ਅੰਦਰ ਚੱਲ ਰਿਹਾ। ਸਤਿਗੁਰੂ ਦਾ ਸਰੋਵਰ, ਉਹਦੇ ਵਿੱਚ ਮਨ ਨੇ ਨਹਾਉਣਾ ਸੀ। ਫਿਰ ਕੀ ਹੁੰਦਾ ਜੀ? ਮੈਲ ਚੁਕਾਵਣਿਆ, ਸਾਡੇ ਅੰਦਰਲੀ ਮੈਲ ਚਲੀ ਜਾਂਦੀ ਹੈ। ਹੁਣ
ਅਸੀਂ ਦੇਖਦੇ ਹਾਂ ਕਈ ਵਿਅਕਤੀ ਰੌਲਾ ਪਾਉਂਦੇ ਨੇ ਵੀ ਤੁਸੀਂ ਇਹ ਗੱਲ ਨਾ ਕਰੋ। ਉਹ ਵਿਅਕਤੀ ਰੌਲਾ ਪਾਉਂਦੇ ਨੇ ਚੀਜ਼ਾਂ ਦਾ ਜਿਹੜੇ ਮਿਹਨਤ ਕਰਨਾ ਨਹੀਂ ਚਾਹੁੰਦੇ, ਉਹ ਸ਼ਾਰਟਕਟ ਭਾਲਦੇ ਨੇ। ਜਿਹੜੇ ਵਿਅਕਤੀ ਨੂੰ ਮਨ ਨੂੰ ਧਰਵਾਸ ਨਾ ਹੋਵੇ ਬਸ ਮੈਂ ਇੱਕ ਪਾਣੀ 'ਚ ਨਹਾਵਾਂ, ਇੱਕ ਸਰੋਵਰ 'ਚ ਇੱਕ ਜਲ 'ਚ ਨਹਾਵਾਂ, ਇੱਕ ਦਰਿਆਵਾਂ ਤੀਰਥਾਂ ਜਾ ਕੇ ਨਹਾਵਾਂ, ਜਦੋਂ ਮੇਰੇ ਪਾਪ ਉਤਰ ਗਈ ਮੈਂ ਇਹਦੇ ਨਾਲ ਸੈਟਿਸਫਾਈ ਹਾਂ। ਜਿਹੜਾ ਆਪਣੇ ਆਪ ਨੂੰ ਝੂਠੀ ਤਸੱਲੀ ਦੇਣਾ ਚਾਹੁੰਦਾ ਹੈ ਉਸ ਨੂੰ ਗੁੱਸਾ ਆਉਂਦਾ ਹੈ। ਕਿਉਂਕਿ ਉਹ ਮਿਹਨਤ ਨਹੀਂ ਕਰ ਸਕਦਾ। ਉਹਨੂੰ ਪਤਾ ਵੀ ਮੈਂ ਮਿਹਨਤ ਨਹੀਂ ਕਰ ਸਕਦਾ, ਮੈਂ ਆਪਣੇ ਮਨ ਨੂੰ ਬਦਲ ਨਹੀਂ ਸਕਦਾ, ਮੈਂ ਆਪਣੇ ਜੀਵਨ ਨੂੰ ਬਦਲ ਨਹੀਂ ਸਕਦਾ, ਮੈਂ ਤਾਂ ਗਲਤ ਰਸਤਿਆਂ 'ਤੇ ਤੁਰਨਾ ਹੈ। ਫਿਰ ਉਹ ਕਹਿੰਦਾ ਤੁਸੀਂ ਜਦੋਂ ਆਪਾਂ ਇਹੋ ਜਿਹੀ ਗੱਲ ਕਹਿੰਦੇ ਹਾਂ, ਕਹਿੰਦੇ ਨੇ ਵੀ ਜਦੋਂ ਸੱਚ ਬੋਲਦਾ ਝੂਠ ਨੂੰ ਅੱਗ ਲੱਗ ਜਾਂਦੀ ਹੈ। ਗੁਰਬਾਣੀ ਵੀ ਕਈ ਸ਼ਬਦ ਐਸੇ ਆਉਂਦੇ ਨੇ, ਜਦੋਂ ਸੱਚੀ ਗੱਲ ਕੀਤੀ ਜਾਂਦੀ ਹੈ ਝੂਠ ਦੇ ਕਹਿੰਦੇ ਤਨ ਬਦਨ ਨੂੰ ਅੱਗ ਲੱਗ ਜਾਂਦੀ ਹੈ, ਉਹ ਝੂਠਾ ਜਲ ਜਾਂਦਾ ਹੈ। ਕਿਉਂਕਿ ਉਸ ਨੂੰ ਲੱਗਦਾ ਕਿ ਮੇਰੇ ਬੰਧਨ ਮੈਨੂੰ ਕਿਉਂ ਕਿਹਾ ਜਾ ਰਿਹਾ ਕਰਨ ਵਾਸਤੇ। ਦੇਖੋ ਐਸੇ ਵਿਰਲੇ ਦੀ ਗੱਲ ਤਾਂ ਹੀ ਕੀਤੀ ਹੈ ਵੀ ਜਿਹੜੇ ਇਸ ਗੱਲ ਨੂੰ ਸਮਝਦੇ ਨੇ, ਸਾਰਿਆਂ ਦੀ ਗੱਲ ਨਹੀਂ ਕੀਤੀ। ਜੋ ਵੀ ਸਮਝੀ ਜਾਊਗਾ ਉਹ ਵਿਰਲਾ ਬਣੀ ਜਾਊਗਾ, ਪਰ ਉਹਦੇ ਰਸਤੇ ਅਲੱਗ ਹੋਣਗੇ। ਉਹ ਦੁਨੀਆ ਦੇ ਪਖੰਡਾਂ ਕਰਮ ਕਾਂਡਾਂ ਤੋਂ ਆਪਣੇ ਨੂੰ ਉੱਪਰ ਚੱਕ ਲੂਗਾ ਅਤੇ ਸੱਚੇ ਗਿਆਨ ਨਾਲ ਜੁੜੂ, ਆਪਣੇ ਮਨ ਨੂੰ ਉਹ ਸੱਚਾ ਬਣਾਏਗਾ। ਰਹਾਉ ਤੇਰਾ ਸੱਚੇ ਕਿਨੈ ਅੰਤ ਨਾ ਪਾਇਆ। ਗੁਰੂ ਜੀ ਕਹਿੰਦੇ ਹੇ ਸੱਚੇ ਪ੍ਰਮਾਤਮਾ, ਹੇ ਸੱਚ, ਹੇ ਸੱਚੇ ਗਿਆਨ। ਕਿਉਂਕਿ ਪ੍ਰਮਾਤਮਾ ਸੱਚ ਹੈ ਅਤੇ ਉਸ ਦਾ ਗਿਆਨ ਵੀ ਸੱਚ ਹੈ। ਤਾਂ ਆਪਾਂ ਕਹਿੰਦੇ ਹਾਂ ਵੀ ਹੇ ਪ੍ਰਮਾਤਮਾ, ਗੁਰੂ ਜੀ ਕਹਿੰਦੇ ਸੱਚੇ ਗਿਆਨ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਪੜ੍ਹ ਲਿਆ ਜੀ, ਮੈਂ ਬਹੁਤ ਪੜ੍ਹ ਲਿਆ, ਵੀ ਮੈਂ ਤਾਂ ਜੀ ਪੜ੍ਹ ਕੇ ਅੰਤੇ ਪਾ ਲਿਆ, ਗਿਆਨ ਦਾ ਅੰਤ ਪਾ ਲਿਆ। ਕੋਈ ਅੰਤ ਨਹੀਂ ਪਾ ਸਕਦਾ। ਇਹਦਾ ਜਿੰਨੀਆਂ ਖੋਜਾਂ ਕਰੀ ਜਾਵਾਂ, ਗੁਰੂ ਜੀ ਕਹਿੰਦੇ ਜਿੰਨੀਆਂ ਖੋਜਾਂ ਕਰੀ ਜਾਵਾਂਗੇ ਉਹਨੇ ਸਾਡੇ ਗਿਆਨ ਦੇ ਵਿੱਚ ਵਾਧਾ ਹੋ ਜਾਊ। ਇਸ ਦਾ ਕਿਸੇ ਨੇ ਅੰਤ ਨਹੀਂ ਪਾਇਆ। ਬੇਟਾ ਚੌਂਕੜੀ ਮਾਰ ਕੇ ਬੈਠੋ ਇੱਥੇ। ਗੁਰ ਪ੍ਰਸਾਦ ਕਿਨੈ ਵਿਰਲੇ ਚਿਤ ਲਾਇਆ। ਕਹਿੰਦੇ ਗੁਰੂ ਦੀ ਕਿਰਪਾ ਨਾਲ ਗੁਰੂ ਅਨੁਸਾਰ ਚੱਲ ਕੇ ਕਿਸੇ ਵਿਰਲੇ ਨੇ ਹੀ ਚਿੱਤ ਲਾਇਆ ਇਸ ਦੇ ਵਿੱਚ। ਹੁਣ ਸਾਰੇ ਭਗਤ ਪੂਰਨ ਸਿੰਘ ਜੀ ਵਰਗੇ ਥੋੜ੍ਹੀ ਬਣ ਜਾਣਗੇ। ਫਿਰ ਹੁਣ ਭਗਤ ਪੂਰਨ ਸਿੰਘ ਜੀ ਨੇ ਜਦੋਂ ਇਹ ਕਾਰਜ ਕੀਤੇ ਸੀ, ਉਹਨਾਂ ਨੇ ਕਿਸੇ ਤੇਜ਼ ਮੇਰ ਦੇ ਵਿੱਚ ਥੋੜ੍ਹੀ ਪਏ ਸੀ ਵੀ ਆਹ ਮੇਰਾ ਤੇਰਾ। ਅੱਜ ਅਸੀਂ ਆਪਣੇ ਵਰਗਾ ਬੰਦਾ ਕੋਈ ਲੱਗ ਜਾਵੇ, ਸਭ ਤੋਂ ਪਹਿਲਾਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਵਿੱਚ ਵਾੜਨੇ ਸ਼ੁਰੂ ਕਰ ਦਿੰਦਾ ਸਿਸਟਮ ਦੇ, ਵੀ ਮੇਰੇ ਰਿਸ਼ਤੇਦਾਰਾਂ ਨੂੰ ਫਾਇਦਾ ਹੋ ਜਾਵੇ। ਫਿਰ ਉਹ ਆਪਣੇ ਖਾਣ ਪੀਣ ਦੇ ਚੱਕਰ 'ਚ ਵੀ ਲੱਗ ਜਾਂਦਾ ਵੀ ਇਹਦੇ ਵਿੱਚੋਂ ਮੇਰਾ ਘਰ ਵੀ ਚੱਲੀ ਚੱਲੇ। ਹੁਣ ਕਈ ਜਗ੍ਹਾ ਦੇਖਿਆ ਨਾ, ਉਹ ਦਾਨ ਵਾਲੇ ਪੈਸੇ 'ਚੋਂ ਲੋਕ ਆਪਣਾ ਘਰ ਵੀ ਚਲਾਈ ਜਾਂਦੇ ਨੇ, ਜਦ ਕਿ ਆਪਣਾ ਘਰ ਤਾਂ ਅਸੀਂ ਆਪਣੀ ਮਿਹਨਤ ਨਾਲ ਚਲਾਉਣਾ ਸੀ, ਆਪਣਾ ਮਿਹਨਤ ਕਰਨੀ ਸੀ, ਆਪਣਾ ਚਾਹੇ ਦਿਮਾਗ ਵਾਲੀ ਮਿਹਨਤ ਹੈ ਚਾਹੇ ਸਰੀਰ ਵਾਲੀ ਮਿਹਨਤ ਹੈ, ਅਸੀਂ ਆਪਣਾ ਘਰ ਉਸ ਤੋਂ ਚਲਾਉਣਾ ਸੀ। ਕਿਉਂਕਿ ਦਾਨ ਦਾ ਪੈਸਾ ਤਾਂ ਸਾਡਾ ਪਰਸਨਲ ਹੈ ਨਹੀਂ, ਦਸਵੰਧ ਵਾਲਾ ਪੈਸਾ ਤਾਂ ਗੁਰੂ ਦਾ ਇਕੱਲਾ। ਉਹ ਤਾਂ ਹੀ ਵਿਰਲੇ ਨੇਗੇ, ਕਿਉਂਕਿ ਇਹ ਚੀਜ਼ਾਂ ਸੌਖੀਆਂ ਨਹੀਂ ਹੈਗੀਆਂ। ਤਾਂ ਹੀ ਲੋਕ ਇਸ ਤੋਂ ਖਿੱਚ ਜਾਂਦੇ ਨੇ ਵੀ ਸਾਨੂੰ ਕਿਉਂ ਕਿਹਾ ਜਾਂਦਾ ਹੈ। ਤੁਧ ਸਾ ਲਾਹੇ ਨ ਰੱਜਾਂ ਕਬਹੂੰ। ਗੁਰੂ ਜੀ ਕਹਿੰਦੇ ਪ੍ਰਮਾਤਮਾ ਮੈਂ ਤੇਰੀ ਸਿਫਤ ਸਲਾਹ ਕਰਕੇ ਤੇਰੇ ਗੁਣਾਂ ਵਾਲਾ ਜੀਵਨ ਜੀ ਕੇ ਕਦੀ ਰੱਜਦਾ ਨਹੀਂ ਹਾਂ, ਨਾ ਹੀ ਕਦੀ ਰੱਜਾਂ। ਸੱਚੇ ਨਾਵੈ ਕੀ ਭੁੱਖ ਲਾਵਨਿਆ। ਸੱਚੇ ਨਾਮ ਦੀ ਭੁੱਖ ਲੱਗ ਜਾਂਦੀ ਹੈ। ਮਤਲਬ ਅੰਦਰ ਬਸ ਇੱਕ ਜੋਸ਼ ਆ ਜਾਂਦਾ ਬਸ ਵੀ ਸੱਚ ਤੋਂ ਬਿਨਾਂ ਹੋਰ ਕੁਝ ਨਹੀਂ, ਬਸ ਸੱਚ ਤੋਂ ਬਿਨਾਂ ਹੋਰ ਕੁਝ ਨਹੀਂ। ਏਕੋ ਵੇਖਾਂ ਅਵਰ ਨਾ ਬੀਆ। ਏਕੋ ਵੇਖਾਂ ਅਵਰ ਨਾ ਬੀਆ। ਬੀਆ ਦਾ ਮਤਲਬ ਦੂਜਾ। ਸਿਰਫ ਇੱਕ ਹੀ ਅੰਦਰ ਵਸ ਗਿਆ। ਹੁਣ ਦੂਜੇ ਦੀ ਤਾਂ ਕਹਿੰਦੇ ਗੱਲ ਖਤਮੇ ਹੋ ਗਈ, ਦੂਜਾ ਨਹੀਂ ਕੋਈ। ਜਦੋਂ ਮਨ ਦੇ ਵਿੱਚ ਦੂਜੇ ਦੀ ਗੱਲ ਖਤਮ ਹੋ ਜਾਏਗੀ, ਫਿਰ ਸਾਡੇ ਸਾਰੇ ਡਰ ਖਤਮ ਹੋ ਜਾਣਗੇ। ਅਸੀਂ ਇਕੱਲੇ ਪੈਣ ਤੋਂ ਕਿਉਂ ਡਰਦੇ ਹਾਂ? ਕਿਉਂਕਿ ਹਜੇ ਵੀ ਦੂਜਾ ਭਾਵ ਸਾਡੇ ਮਨ 'ਚ ਹੈਗਾ, ਲੱਗਦਾ ਕੁਛ ਹੋਰ ਹੈ ਪਰਮਾਤਮਾ ਤੋਂ ਬਿਨਾਂ। ਇਹਦਾ ਮਤਲਬ ਮਨ 'ਚ ਚੱਲ ਰਿਹਾ ਨਾ ਵੀ ਕੁਛ ਹੋਰ ਹੈ ਪਰਮਾਤਮਾ ਤੋਂ ਬਿਨਾਂ, ਤਾਂ ਹੀ ਉਹ ਡਰ ਉਪਜਦਾ ਸਾਡੇ ਅੰਦਰ। ਤਾਂ ਬਹੁਤ ਪ੍ਰੈਕਟਿਸ, ਬਹੁਤ ਮਿਹਨਤ ਕਰਨੀ ਪੈਂਦੀ ਹੈ ਇੱਕ ਨਾ ਚਿੱਤ ਲਾਉਣ ਵਾਸਤੇ। ਕਿਉਂਕਿ ਜਦੋਂ ਇੱਕ ਨਾ ਚਿੱਤ ਲੱਗਦਾ ਫਿਰ ਸਾਰੇ ਡਰ ਖਤਮ ਹੁੰਦੇ ਨੇ, ਫਿਰ ਪਤਾ ਲੱਗਦਾ ਕਿ ਉਦੋਂ ਬਿਨਾਂ ਕੋਈ ਹੈ ਹੀ ਨਹੀਂ ਸੀਗਾ। ਗੁਰ ਪ੍ਰਸਾਦੀ ਅੰਮ੍ਰਿਤ ਪੀਆ। ਗੁਰੂ ਦੀ ਕਿਰਪਾ ਨਾਲ ਫਿਰ ਇਹ ਅੰਮ੍ਰਿਤ ਜਿਹੜਾ ਅੰਦਰਲੀ ਜੀਵ ਆਤਮਾ ਨੂੰ ਮੌਤ
ਤੋਂ ਕੱਢ ਕੇ ਜੀਵਨ ਦਿੰਦਾ ਹੈ, ਉਹ ਪੀਤਾ ਬੰਦਾ ਫਿਰ ਉਹ ਪੀਂਦਾ ਹੈਗਾ। ਗੁਰ ਕੈ ਸ਼ਬਦ ਤਿਖਾ ਨਿਵਾਰੀ, ਗੁਰੂ ਦੀ ਸਿੱਖਿਆ ਦੇ ਅਨੁਸਾਰ, ਗੁਰੂ ਦੇ ਸ਼ਬਦ ਦੇ ਅਨੁਸਾਰ ਸਾਡੀ ਜਿਹੜੀ ਅੰਦਰਲੀ ਤਿੱਖ ਹੈ, ਪਿਆਸ ਹੈ, ਉਹ ਬੁੱਝ ਜਾਂਦੀ ਹੈ। ਸਹਿਜੇ ਸੁਖ ਸਮਾਵਨਿਆ, ਸਹਿਜੇ ਸਹਿਜੇ ਜਿਵੇਂ ਜਿਵੇਂ ਅਸੀਂ ਪ੍ਰੈਕਟਿਸ ਕਰੀ ਜਾਂਦੇ ਹਾਂ, ਸਾਡੀ ਆਤਮਾ, ਸਹਿਜ ਦਾ ਮਤਲਬ ਅਡੋਲ ਆਤਮਾ ਸਾਡੀ ਹੋ ਜਾਂਦੀ ਹੈ, ਸਾਡੇ ਅੰਦਰ ਸੁੱਖ ਹੀ ਸੁੱਖ ਵਸੀ ਜਾਂਦੇ ਨੇ, ਆਨੰਦ ਹੀ ਆਨੰਦ। ਨਾਨਕ ਭਗਤਾਂ ਸਦਾ ਵਿਗਾਸ, ਸਦਾ ਹੀ ਉਹ ਖੇੜੇ 'ਚ ਰਹਿੰਦੇ ਨੇ, ਖਿੱਚਦੇ ਨਹੀਂ ਕਿਸੇ ਵੀ ਗੱਲ ਤੋਂ। ਜਿਵੇਂ ਆਪਾਂ ਤਾਂ ਮਾੜੀਆਂ ਚੀਜ਼ਾਂ ਖਿਜਾ ਆਉਂਦੀਆਂ ਨੇ, ਜੇ ਆਪਾਂ ਪਾਠ ਵੀ ਕਰਦੇ ਹੋਈਏ, ਸ਼ਰਾਰਤ ਕਰੀ ਜਾਂਦਾ ਬੱਚਾ, ਆਪਣੇ ਮਨ ਨੂੰ ਗੁੱਸਾ ਆਈ ਜਾਂਦਾ ਹੈ। ਦੇਖੋ ਇਹ ਹੈ ਸੱਚ ਹੈ, ਇਹ ਉੱਥੇ ਫਿਰ ਉਹ ਗੁੱਸਾ ਨਹੀਂ ਆਉਂਦਾ, ਉੱਥੇ ਮਨ ਉਹ ਚੀਜ਼ ਨੂੰ ਵੀ ਰਿਲੈਕਸ ਤਰੀਕੇ ਨਾਲ ਮਹਿਸੂਸ ਕਰਦਾ ਹੈ ਵੀ ਜਵਾਕ ਤਾਂ ਇੱਦਾਂ। ਇਹ ਇੱਕ ਵੇ ਹੈ ਸਿਸਟਮ ਦਾ, ਜਿਸ ਨੂੰ ਅਸੀਂ ਸਮਝਣਾ ਹੈ, ਜਿਸ ਦੀ ਬਹੁਤ ਪ੍ਰੈਕਟਿਸ ਦੀ ਸਾਨੂੰ ਲੋੜ ਹੈਗੀ। ਰਤਨ ਪਦਾਰਥ ਪਲਰ ਤੇ ਆਗੈ, ਰਤਨ ਪਦਾਰਥ ਪੱਲਰ ਦਾ ਮਤਲਬ ਤੋਰੀਏ ਦਾ ਨਾੜ, ਇੱਥੇ ਇਹਨਾਂ ਨੇ ਲਿਖਿਆ ਹੈ ਭਾਈ ਸਾਹਿਬ ਸਿੰਘ ਜੀ ਨੇ, ਤੋਰੀਏ ਦਾ ਨਾੜ, ਠੀਕ ਹੈ ਜੀ। ਹੇ ਭਾਈ, ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ, ਮਾਇਆ ਦੇ ਮਨਮੁਖ ਅੰਧਾ ਦੂਜੈ ਪਾਏ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੈ ਸੁਖ ਨਾ ਪਾਵਨਿਆ। ਭਗਤ ਜੀ ਭਾਈ ਸਾਹਿਬ ਜੀ ਕਹਿੰਦੇ, ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਪਿਆਰ ਵਿੱਚ ਹੀ ਫਸਿਆ ਰਹਿੰਦਾ ਹੈ। ਉਹ ਪਰਮਾਤਮਾ ਦੇ ਨਾਮ ਰਤਨ ਨੂੰ, ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ ਵਿੱਚ ਹੱਥੋਂ ਗਵਾਉਂਦਾ ਰਹਿੰਦਾ ਹੈ। ਤੋਰੀਏ ਦੇਖੋ ਨਹੀਂ ਪਤਾ ਮੈਨੂੰ ਕੀ ਹੈ, ਦੇਖੋ ਮੈਂ ਦੱਸਾਂ, ਕਿਸੇ ਨਾੜ ਦੀ ਗੱਲ ਹੋ ਰਹੀ ਹੈ, ਜਿਵੇਂ ਆਪਾਂ ਜੀਰੀ ਦਾ ਨਾੜ ਹੁੰਦਾ, ਆਪਾਂ ਇਹ ਗੱਲ ਕਰੀਏ, ਜੀਰੀ ਦਾ ਫੂਸ ਨਹੀਂ ਹੁੰਦਾ। ਕਹਿੰਦੇ ਉਹ ਪਦਾਰਥ ਜੋ ਪਰਮਾਤਮਾ ਦਾ ਰਤਨ ਵਰਗਾ ਪਦਾਰਥ ਹੈ, ਪੱਲਰ, ਉਸ ਫੂਸ ਦੇ ਮਤਲਬ ਆਪਾਂ ਹੁਣ ਇਹਦਾ ਫੂਸ ਸ਼ਬਦ ਦਾ ਇਸਤੇਮਾਲ ਕਰ ਲੈਂਦੇ, ਬਾਕੀ ਪੱਲਰ ਦੀ ਆਪਾਂ ਚੈੱਕ ਕਰ ਲੈਣ ਕੀ ਹੁੰਦਾ। ਇਹਨਾਂ ਨੇ ਤੋਰੀਏ ਦਾ ਨਾੜ ਲਿਖਿਆ, ਹੁਣ ਤੋਰੀਆ ਕੀ ਹੈ ਆਪਾਂ ਨੂੰ ਨਹੀਂ ਪਤਾ। ਸਰੋਂ ਵਰਗਾ ਹੁੰਦਾ, ਉਹ ਕਹਿੰਦੇ ਹਾਂ ਸਰੋਂ ਵਰਗਾ ਕੋਈ ਚੀਜ਼ ਹੁੰਦੀ ਹੈ, ਮਤਲਬ ਕਹਿੰਦਾ ਫੂਸ ਦੀ ਉਹ ਗੱਲ ਕਰਦੇ ਹਾਂ ਆਪਾਂ, ਇੱਕ ਵੀ ਇੱਕ ਫੂਸ ਦੇ ਬਦਲੇ ਵਿੱਚ ਪਰਮਾਤਮਾ ਦੇ ਰਤਨਾਂ ਵਰਗੇ ਪਦਾਰਥ ਨੂੰ ਗਵਾ ਦਿੰਦਾ ਹੈ। ਅਤੇ ਉਹ ਮਨਮੁਖ ਜਿਹੜਾ ਹੁੰਦਾ ਅੰਨਾ ਹੋਇਆ ਹੋਇਆ ਮਾਇਆ ਦੇ ਪਿੱਛੇ ਲੱਗ ਕੇ ਦੂਜੇ ਭਰਮ ਦੇ ਵਿੱਚ ਆਪਣੀ ਜ਼ਿੰਦਗੀ ਗਵਾ ਦਿੰਦਾ ਹੈ। ਜੋ ਬੀਜਿਆ, ਫਿਰ ਕੀ ਹੁੰਦਾ ਹੈ, ਮੰਨ ਲਓ ਬਚਪਨ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਪਾਸੇ ਨਾ ਜੋੜਿਆ, ਬੱਚੇ ਵੀ ਨਾ ਜੋੜੇ, ਫਿਰ ਕੀ ਹੁੰਦਾ, ਜੋ ਬੀਜਿਆ ਸੋਈ ਫਲ ਪਾਏ, ਫਿਰ ਜੋ ਬੀਜਿਆ ਜਾਂਦਾ ਹੈ ਉਹੀ ਫਲ। ਜੇ ਕਲਾਸ ਦੇ ਵਿੱਚ ਅਸੀਂ ਫੇਲ ਹੋ ਗਏ ਤਾਂ ਜਿਹੜੇ ਜਿੰਨਾ ਕੁ ਪੜ੍ਹੇ ਸੀ ਉਹਨੇ ਨੰਬਰ ਆਏ ਸੀ, ਫੇਲ ਹੋ ਗਏ, ਜੋ ਬੀਜਿਆ ਉਹੀ ਮਿਲਿਆ ਨਾ। ਇਹ ਜੀਵਨ ਹੈ। ਜੀਵਨ ਨੂੰ ਸੋਹਣਾ ਬਚਪਨ ਤੋਂ ਬਣਾਉਣਾ ਸ਼ੁਰੂ ਨਾ ਕੀਤਾ, ਆਪਣੇ ਆਪ ਨਾਲ ਲੜਾਈ ਨਾ ਲੜੀ, ਆਪਣੇ ਮਨ ਨਾਲ ਜੰਗ ਨਾ ਲੜੀ, ਮਨ ਜੀਤਾ ਜਗ ਜੀਤ, ਆਪਣੇ ਮਨ ਨੂੰ ਨਾ ਜਿੱਤਿਆ, ਫਿਰ ਜਿਹੇ ਜਿਹਾ ਬੀਜੀ ਜਾਵਾਂਗੇ ਅੱਗੇ ਜਾ ਕੇ ਹੋ ਜਾ ਮਿਲੀ ਜਾਊਗਾ। ਫਿਰ ਕੋਈ ਕਿਸੇ ਦੀ ਮਦਦ ਨਹੀਂ ਕਰ ਸਕਦਾ। ਕਿੰਨੀ ਕੁ ਮਦਦ ਕਰ ਲਾਂਗੇ ਆਪਾਂ ਕਿਸੇ ਦੀ, ਜਦੋਂ ਇੱਕ ਮਨ ਨੇ ਆਪਣੇ ਆਪ ਨੂੰ ਬਦਲਣ ਦਾ ਇੱਕ ਪੱਕਾ ਇਰਾਦਾ ਹੀ ਨਹੀਂ ਕੀਤਾ, ਤੁਸੀਂ ਕਿਵੇਂ ਉਸ ਨੂੰ ਬਾਹਰ ਕੱਢ ਲਓਗੇ ਦਲਦਲ ਦੇ ਵਿੱਚੋਂ। ਜੇ ਕੋਈ ਚੀਜ਼ ਉਸ ਦਲਦਲ ਦੀ ਧਸੀ ਹੋਈ ਹੈ, ਉਹ ਆਪੇ ਗਿਰਿਆ ਜਾਣ ਕੇ ਉਹਦੇ ਵਿੱਚ, ਨਾਲੇ ਉਹਨੂੰ ਪਤਾ ਸੀ ਵੀ ਦਲਦਲ ਹੈ। ਜਿਵੇਂ ਦੇਖੋ ਕੁੜੀ ਜਾਂ ਮੁੰਡੇ ਦੀ ਗੱਲ ਕਰਦੇ ਹਾਂ, ਪੜ੍ਹਾਈ ਦੇ ਸਮੇਂ 'ਚ ਇੱਕ ਦੂਜੇ ਦਾ ਕੁੜੀ ਮੁੰਡਿਆਂ ਦੇ ਚੱਕਰ 'ਚ ਪੈ ਜਾਂਦੇ ਨੇ, ਆਪਾਂ ਫਿਲਮਾਂ ਦੇਖਦੇ ਹਾਂ, ਗਾਣੇ ਦੇਖਦੇ ਹਾਂ, ਠੀਕ ਹੈ ਨਾ। ਹੁਣ ਉਹ ਸਮਾਂ ਸੀਗਾ ਵੀ ਭਾਈ ਇਹ ਚੀਜ਼ਾਂ ਗਲਤ ਨੇ, ਪਤਾ ਹੁੰਦਾ, ਪਰ ਮਨ ਦੇ ਉੱਪਰ ਇੰਨੀ ਹਾਵੀ ਹੋ ਜਾਂਦੀਆਂ ਚੀਜ਼ਾਂ, ਉਹ ਨਿਕਲਦਾ ਨਹੀਂ ਉਸ ਦਲਦਲ 'ਚੋਂ। ਜਦ ਕਿ ਉਹ ਸਮਾਂ ਸੀ ਜ਼ਿੰਦਗੀ ਬਣਾਉਣ ਦਾ, ਜ਼ਿੰਦਗੀ ਨੂੰ ਕਿਸੇ ਕਾਰਜ 'ਤੇ ਲਾਉਣ ਦਾ। ਨਹੀਂ ਸਮਝਿਆ, ਫਿਰ ਜੋ ਬੀਜੇ ਉਹੀ ਦੁੱਖ ਪ੍ਰਾਪਤ, ਫਲ ਪ੍ਰਾਪਤ ਹੋਇਆ ਉਸ ਨੂੰ। ਸੁਪਨੇ ਸੁੱਖ ਨਾ ਪਾਵਣਿਆ, ਫਿਰ ਇਹੋ ਜਿਹੇ ਵਿਅਕਤੀਆਂ ਨੂੰ ਬਾਅਦ ਸੁਪਨੇ 'ਚ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁਪਨੇ ਵਿੱਚ ਵੀ ਸੁੱਖ ਦੀ, ਸੁੱਤੇ ਪਏ ਵੀ ਦਰਦ ਹੁੰਦਾ ਹੈ, ਮਨ ਰੋਈ ਜਾਂਦਾ ਹੈ, ਜਾਗਦੇ ਤਾਂ ਰੋਣਾ ਹੀ ਰੋਣਾ ਹੈ, ਸੁੱਤੇ ਪਏ ਵੀ ਮਨ ਰੋਂਦਾ ਹੈ, ਕਿਉਂਕਿ ਐਸੀਆਂ ਤਕਲੀਫਾਂ 'ਚੋਂ ਫਿਰ ਜੀਵਨ ਨਿਕਲਦਾ ਹੈ। ਧਿਆਨ ਦਿਓ ਜਿਹੜੀਆਂ ਗੱਲਾਂ ਕਹਿ ਰਹੇ ਹਾਂ, ਹਜੇ ਵੀ ਸਮੇਂ ਹੈ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾਉਣ ਦਾ। ਹੁਣ ਬੰਟੂ ਦੀ ਦੇਖ ਲਓ, ਜਵਾਕ ਨੇ, 3 ਜਵਾਕ ਨੇ, ਹੁਣ ਮੁੰਡਾ ਹੈ, ਕੁੜੀ ਹੈ, ਤਿੰਨੇ ਦੇਖ ਲਓ, ਉਹਨਾਂ ਨੇ ਵੀ ਆਪਣੇ ਘਰ 'ਚ ਗਰੀਬੀ ਦੇਖੀ ਹੈ, ਕਿੰਨੇ ਲਾਇਕ ਨੇ ਆਪਾਂ ਦੇਖੇ ਨੇ। ਪੈਸੇ ਉਹਨਾਂ ਦੇ ਵੀ ਇੰਨੇ ਨਹੀਂ ਸੀਗੇ, ਪਰ ਪੜ੍ਹਾਈ ਵੱਲ ਪੂਰਾ ਮਨ ਲਗਾਇਆ,
ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ। ਮੁੰਡਾ ਦੇਖੋ ਫਿਜ਼ੀਓਥੈਰੇਪੀ ਦਾ ਡਾਕਟਰ ਬਣਿਆ, ਕੁੜੀ ਨਰਸਿੰਗ ਦਾ ਕੋਰਸ ਕਰ ਰਹੀ ਹੈ। ਇਹ ਜੀਵਨ ਹੈ ਨਾ, ਮਿਹਨਤ ਲਗਾਇਆ ਆਪਣੀ। ਹੁਣ ਅੱਗੇ ਜਾ ਕੇ ਉਹ ਸੁੱਖ ਮੰਨਣਗੇ, ਜਿਹੜੇ ਨਹੀਂ ਪੜ੍ਹੇ ਉਹ ਫਿਰ ਨੀਚੇ ਨੂੰ ਬਸ ਦੁੱਖ ਮੰਨੀ 'ਚ ਕੱਢੀ ਜਾਂਗੇ ਜ਼ਿੰਦਗੀ ਆਪਣੀ। ਹਜੇ ਵੀ ਸਮੇਂ ਹੈ, ਹਜੇ ਵੀ ਸਮੇਂ ਹੈ ਆਪਣੇ ਜੀਵਨ ਨੂੰ ਬਦਲਣ। ਹਜੇ ਸਮਾਂ ਨਿਕਲਿਆ ਨਹੀਂ, ਹਜੇ ਸਮਾਂ ਪਿਆ। ਜੇ ਅੱਜ ਤੋਂ ਵੀ ਸਾਡੇ ਮਨ ਨੂੰ ਬਦਲ ਲਓਗੇ, ਇੱਕ ਲਕਸ਼ ਲੈ ਲਓਗੇ ਕਿ ਮੈਂ ਕੁਝ ਬਣਨਾ ਆਪਣੀ ਜ਼ਿੰਦਗੀ ਦੇ ਵਿੱਚ, ਹਜੇ ਵੀ ਪਰਿਵਰਤਨ ਹੋ ਜਾਣਗੇ। ਪਰ ਜੇ ਇਹ 4-5 ਸਾਲ ਨਿਕਲ ਗਏ ਫਿਰ ਪੱਲੇ ਕੁਝ ਨਹੀਂ ਰਹਿਣਾ। ਫਿਰ ਜੀਵਨ ਹੁੰਦਾ ਨਾ ਵੀ ਜੀਵਨ ਬਸ ਫਿਰ ਜਿਵੇਂ ਲੈ ਕੇ ਜਾਊਗਾ ਫਿਰ ਉਵੇਂ ਨਿਕਲਣਾ ਕੱਢਣਾ ਪਊਗਾ, ਜਿਵੇਂ ਜ਼ਿੰਦਗੀ ਤੋਰੂਗੀ ਸਾਨੂੰ। ਚਾਹੇ ਦੁੱਖ ਹੈ, ਮਤਲਬ ਆਪਣੀ ਕੁਝ ਕਰਨ ਦੇ ਉਹ ਸਮੇਂ ਨਿਕਲ ਚੁੱਕਿਆ ਹੋਊਗਾ। ਆਪਣੇ ਜੀਵਨ ਨੂੰ ਕਿਸੇ ਦਾ ਮੁਹਤਾਜ ਨਾ ਬਣਾਓ, ਸਮੇਂ ਦਾ ਮੁਹਤਾਜ ਨਾ ਬਣਾਓ, ਸਮੇਂ ਦਾ ਫਾਇਦਾ ਉਠਾਓ। ਠੀਕ ਹੈ ਜੀ। ਫਿਰ ਸੁਪਨੇ ਦੇ ਵਿੱਚ ਵੀ ਦੁੱਖ ਨਹੀਂ ਆਣਗੇ। ਦੁੱਖ ਦਾ ਮਤਲਬ ਹੁੰਦਾ ਮਨ ਘੱਟੋ ਘੱਟ ਸ਼ਾਂਤ ਹੋ। ਸਰੀਰਕ ਦੁੱਖ ਤਾਂ ਆਉਂਦੇ, ਸਰੀਰ ਦੁੱਖ ਦੀ ਗੱਲ ਨਹੀਂ ਕਰਾਂਗੇ। ਬਿਮਾਰ ਦਾ ਸੱਟ ਪੇਟ ਤਾਂ ਚੱਲਦੀ ਰਹਿੰਦੀ ਹੈ। ਠੀਕ ਹੈ ਜੀ। ਆਪਣੀ ਕਿਰਪਾ ਕਰੇ ਸੋਈ ਜਨ ਪਾਏ। ਜਦੋਂ ਪ੍ਰਮਾਤਮਾ ਆਪਣੀ ਕਿਰਪਾ ਕਰਦਾ ਉਹ ਜਨ ਇਹ ਚੀਜ਼ਾਂ ਪ੍ਰਾਪਤ ਕਰਦਾ ਹੈ। ਪਹਿਲਾਂ ਉੱਪਰਲੇ ਕੰਮ ਕਰਨੇ ਨੇ, ਫਿਰ ਕਿਰਪਾ ਹੁੰਦੀ ਹੈ। ਕਿਵੇਂ? ਜੇ ਤੁਸੀਂ 10 ਸਾਲ ਪੜ੍ਹਾਈ ਮਿਹਨਤ ਕੀਤੀ, ਦਿਲ ਨਾਲ ਕੀਤੀ, ਹਰ ਇੱਕ ਚੀਜ਼ ਨੂੰ ਸਹੀ ਤਰੀਕੇ ਨਾਲ ਕਾਮਨ ਸੈਂਸ ਨਾਲ ਸਮਝਿਆ, ਹਰ ਇੱਕ ਚੀਜ਼ ਨੂੰ ਸਹੀ ਤਰੀਕੇ ਨਾਲ ਕੀਤਾ, ਤਾਂ ਇੱਕ ਦਿਨ ਤਾਂ ਡਿਗਰੀ ਮਿਲੇ ਜਾਣੀ ਹੈ ਨਾ, ਇੱਕ ਦਿਨ ਤਾਂ ਲਕਸ਼ ਪ੍ਰਾਪਤ ਹੋਏ ਜਾਣਾ। ਫਿਰ ਉਹ ਪ੍ਰਮਾਤਮਾ ਕਿਰਪਾ ਕਰਦਾ, ਉਸ ਨੂੰ ਉਸਦੀ ਮੰਜ਼ਿਲ, ਉਸਦੀ ਡਿਗਰੀ ਦੇ ਦਿੰਦਾ ਹੈ। ਗੁਰ ਕਾ ਸ਼ਬਦ ਮਨ ਵਸਾਏ। ਜਦੋਂ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਵਾਂਗੇ, ਕਿਰਪਾ ਵੀ ਉਹਦੀ ਹੋਣੀ ਹੈ। ਅਨ ਦਿਨ ਸਦਾ ਰਹਿ ਪੈ ਅੰਦਰ। ਹੁਣ ਇਹਦਾ ਮਤਲਬ ਸਮਝੋ। ਕਿੱਥੇ ਪੜ੍ਹ ਰਹੇ ਹਾਂ ਮੈਂ? ਕਿੱਥੇ ਪੜ੍ਹ ਰਹੇ ਹਾਂ? ਆਹੀ ਪ੍ਰੋਬਲਮ ਹੈ ਸਾਡੀ ਜ਼ਿੰਦਗੀ ਦੀਆਂ। ਅਨ ਦਿਨ ਸਦਾ ਰਹਿ ਪੈ ਅੰਦਰ। ਹਰ ਰੋਜ਼ ਹਮੇਸ਼ਾ ਹੀ ਭੈ ਦਾ ਮਤਲਬ ਕੀ ਹੁੰਦਾ ਹੈ? ਪਰਮਾਤਮਾ ਦੇ ਡਰ ਵਿੱਚ ਜੀਵਨ ਜੀਂਦੇ ਨੇ। ਪਰਮਾਤਮਾ ਡਰ ਕੀ ਹੁੰਦਾ? ਐਕਸਪਲੇਨ ਕਰੋ। ਪਰਮਾਤਮਾ ਦੇ ਡਰ ਦਾ ਮਤਲਬ ਕੀ ਹੈ? ਪਰਮਾਤਮਾ ਦਾ ਡਰ ਕੀ ਹੈ? ਮੰਨ ਲਓ ਮੈਂ ਕਹਿੰਦਾ ਮੈਂ ਪਰਮਾਤਮਾ ਦੇ ਡਰ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ, ਤਾਂ ਮਤਲਬ ਮੈਂ ਕਿਸ ਡਰ ਦੀ ਗੱਲ ਕਰ ਰਿਹਾ, ਕਿਵੇਂ ਕਰ ਰਹੇ ਹਾਂ? ਉਹਦਾ ਮਤਲਬ ਕੀ ਹੋ ਡਰ ਦੇ ਵਿੱਚ ਜੀਵਨ ਜੀਣ ਦਾ? ਕੋਈ ਵੀ ਗੱਲ ਆਉਂਦੀ ਹੋਵੇ ਦਿਮਾਗ 'ਚ, ਜੋ ਵੀ ਆਉਂਦੀ ਹੈ ਬੋਲੋ। ਉਹ ਭੈ ਪਰਮਾਤਮਾ ਦਾ ਡਰ। ਬੋਲੋ ਤੁਸੀਂ। ਮਾੜੇ ਕੰਮਾਂ ਤੋਂ ਬਚਣਾ। ਵੀ ਜੋ ਮੈਨੂੰ ਰੱਬ ਗੁਰੂ ਨੇ ਕਿਹਾ ਮੈਂ ਉਹੀ ਕੰਮ ਕਰਨੇ ਨੇ। ਜੇ ਗੁਰੂ ਨੇ ਕਿਹਾ ਮੇਰਾ ਬਚਪਨ ਪੜ੍ਹਨ ਵਾਸਤੇ ਤਾਂ ਪੜ੍ਹੂੰਗਾ, ਚੰਗਾ ਜੀਵਨ ਬਣਾਊਂਗਾ, ਗਲਤ ਰਸਤਿਆਂ ਧਾਰਨੀ ਨਹੀਂ ਬਣੂੰਗਾ। ਇਹ ਪਰਮਾਤਮਾ ਦਾ ਡਰ ਹੈ, ਕਿਉਂਕਿ ਪਰਮਾਤਮਾ ਸਾਰੀ ਜਗ੍ਹਾ 'ਤੇ ਹੁੰਦਾ ਨਾਲ ਆਪਣੇ। ਆਪਾਂ ਕਹਿੰਦੇ ਵੀ ਮੇਰੇ ਕਿਹੜਾ ਮੰਮੀ ਡੈਡੀ ਨਾਲ ਨੇ, ਮੇਰਾ ਕਿਹੜਾ ਫਲਾਣਾ ਮੇਰੇ ਨਾਲ ਹੈ, ਬਾਹਰ ਜੋ ਮਰਜ਼ੀ ਕਰੀ ਚੱਲੋ। ਪਰ ਜੇ ਪਰਮਾਤਮਾ ਦਾ ਭੈ ਅੰਦਰ ਹੋਊਗਾ ਤਾਂ ਅਸੀਂ ਬਾਹਰ ਵੀ ਕਿਸੇ ਮਾੜੇ ਕਰਮ ਵਾਲੇ ਪਾਸੇ ਨਹੀਂ ਤੁਰਾਂਗੇ। ਤਾਂ ਉਹ ਭੈ ਅਸੀਂ ਅੰਦਰ ਰੱਖਣਾ ਹੈ। ਰਸਤੇ 'ਤੇ ਤੁਰਦੇ ਹੋਏ ਵੀ ਉਹ ਭੈ ਸਾਡੇ ਅੰਦਰ ਹੋਵੇ। ਫਿਰ ਮਜਾਲ ਹੈ ਸਾਨੂੰ ਕੋਈ ਗਲਤ ਰਸਤੇ ਤੋਰ ਦੇਵੇ, ਜੇ ਅੰਦਰ ਇੱਕ ਰੱਬ ਦਾ ਜਾਂ ਪਰਮਾਤਮਾ ਜਾਂ ਗੁਰੂ ਦਾ ਭੈ ਸਾਡੇ ਅੰਦਰ ਆ ਜਾਵੇ। ਭੈ ਮਾਰ ਭਰਮ ਚੁਕਾਵਨਿਆ। ਜਿਹੜਾ ਹੈ ਭੈ ਹੈ ਨਾ, ਇਹ ਭਰਮ ਨੂੰ ਮਾਰ ਦਿੰਦਾ ਹੈ, ਭੁਲੇਖੇ ਦੂਰ ਕਰ ਦਿੰਦਾ। ਪਰਮਾਤਮਾ ਦਾ ਭੈ ਸਾਰੇ ਭੁਲੇਖੇ ਕੱਢ ਦਿੰਦਾ ਮਨ 'ਚੋਂ। ਕਿਉਂ? ਜਦੋਂ ਇੱਕ ਬੱਚੇ ਨੇ ਮਨ 'ਚ ਤਿਖਿਆ ਕਰ ਲਏ ਮੈਂ ਗਲਤ ਰਸਤਿਆਂ ਧਾਰਨੀ ਨਹੀਂ ਬਣਨਾ, ਮੈਨੂੰ ਗੁਰੂ ਨੇ ਕਿਹਾ ਤੂੰ ਚੰਗਾ ਜੀਵਨ ਜੀ, ਚੰਗਾ ਇਨਸਾਨ ਬਣ, ਪੜ੍ਹ। ਉਹ ਬੱਚਾ ਪੜ੍ਹਦਾ, ਪੜ੍ਹ ਕੇ ਜਦੋਂ ਕੁਝ ਬਣ ਜਾਂਦਾ ਹੈ ਉਹਨੂੰ ਸਮਝ ਪੈਂਦੀ ਵਾਕਈ ਇਹਦਾ ਫਾਇਦਾ ਹੋ ਗਿਆ। ਜੇ ਮੈਂ ਇਸ ਭੈ ਦੇ ਅਨੁਸਾਰ ਆਪਣੇ ਭਰਮਾਂ ਨੂੰ ਨਾ ਮਾਰਿਆ ਹੁੰਦਾ, ਮੇਰੇ ਭਰਮ ਨਾ ਮਾਰੇ ਹੁੰਦੇ, ਫਿਰ ਤਾਂ ਮੈਂ ਉਹੀ ਕੁੜੀ ਮੁੰਡੇ ਚੱਕਰ 'ਚ ਪਿਆ ਹੁੰਦਾ ਪੜ੍ਹਦੇ ਹੋਏ। ਅੱਜ ਮੇਰਾ ਜੀਵਨ ਕੀ ਹੁੰਦਾ? ਕੁਝ ਵੀ ਨਾ ਹੁੰਦਾ। ਅੱਜ ਫਿਰ ਸਟਰਗਲ ਲਾਈਫ 'ਚ ਸਾਰੀ ਉਮਰ ਬੰਦਾ ਉਹ ਫਿਰ ਸਟਰਗਲ ਕਰੀ ਜਾਂਦਾ ਲਾਈਫ ਦੇ ਵਿੱਚ। ਕਿਉਂਕਿ ਜਿਹੜਾ ਸਮਾਂ ਸੀ, ਕਿਉਂਕਿ ਉਸ ਟਾਈਮ ਕੋਈ ਹੋਰ ਕੰਮ ਤਾਂ ਹੁੰਦੇ ਨਹੀਂ, ਪੜ੍ਹਨ ਦਾ ਕੰਮ ਹੁੰਦਾ। ਉਹ ਬੰਦਾ ਕਰ ਸਕਦਾ, ਐਕਸਪੈਰੀਮੈਂਟ ਵੀ ਕਰ ਸਕਦਾ ਹੈ। ਰਿਸਰਚ ਐਂਡ ਡਿਵੈਲਪਮੈਂਟ ਜਿਹੜੀ ਆਪਾਂ ਗੱਲ ਕਰਦੇ ਉਹ ਆਪਣੇ ਆਪ 'ਤੇ ਕਰ ਸਕਦਾ। R&D ਜਿਹਨੂੰ ਕਹਿੰਦੇ ਆ, ਉਹ ਆਪਣੇ ਦਿਮਾਗ 'ਤੇ ਰਿਸਰਚ ਕਰਦਾ ਵੀ ਮੈਂ ਆਹ ਕੰਮ ਕਰਕੇ ਦੇਖਾਂ, ਹੁਣ ਮੈਂ ਇੱਦਾਂ ਕਰਕੇ ਦੇਖਾਂ, ਮੈਂ ਇੱਦਾਂ ਕਰਕੇ ਦੇਖਾਂ। ਤਾਂ ਉਹ ਬੱਚੇ ਦੇ ਅੰਦਰ ਸਾਇੰਟਿਫਿਕ ਗੁਣ, ਵਿਗਿਆਨਿਕ ਗੁਣ ਪੈਦਾ ਹੁੰਦੇ ਨੇ। ਬਾਰ-ਬਾਰ ਕਹਿੰਦੇ ਆ ਵਿਗਿਆਨੀ ਦਾ ਮਤਲਬ ਕਦੀ ਇਹ ਨਹੀਂ ਹੁੰਦਾ ਵੀ ਜਿਹੜਾ ਬੰਦਾ ਲੈਬੋਰਟਰੀ 'ਚ ਕੈਮੀਕਲ ਲੈ ਕੇ ਬੈਠਾ ਵਿਗਿਆਨੀ ਹੈ। ਵਿਗਿਆਨੀ ਦਾ ਮਤਲਬ ਜਿਹੜਾ ਬੰਦਾ ਖੋਜੀ ਪ੍ਰਵਿਰਤੀ ਦਾ,
ਜਿਹੜਾ ਵਿਅਕਤੀ ਖੋਜੀ ਪ੍ਰਵਿਰਤੀ ਦਾ ਹੈ, ਉਹਨੂੰ ਵਿਗਿਆਨੀ ਕਿਹਾ ਜਾਂਦਾ। ਉਹ ਕਿਤੇ ਵੀ ਕਰ ਸਕਦਾ ਖੋਜ, ਉਹ ਅੰਦਰ ਬਾਹਰ ਹਰ ਇੱਕ ਜਗ੍ਹਾ ਤੇ ਖੋਜ ਹੋ ਸਕਦੀ ਹੈ। ਗੱਲ ਹੈ ਵੀ ਕੀ ਉਹ ਕਰਨਾ ਚਾਹੁੰਦਾ ਹੈ। ਭਰਮ ਚੁਕਾਇਆ ਸਦਾ ਸੁਖ ਪਾਇਆ, ਜਦੋਂ ਭਰਮ ਚਲਾ ਜਾਂਦਾ ਫਿਰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ। ਜਦੋਂ ਜ਼ਿੰਦਗੀ 'ਚ ਕੋਈ ਮਾੜਾ ਕੰਮ ਕੀਤਾ ਹੀ ਨਹੀਂ, ਗਲਤ ਰਸਤੇ ਤੁਰੇ ਹੀ ਨਹੀਂ, ਅੰਦਰ ਕੋਈ ਘਿਰਨਾ ਆਊਗੀ, ਕੋਈ ਦੁੱਖ ਆਊਗਾ? ਨਹੀਂ ਆਊਗਾ। ਨਹੀਂ ਉਹ ਕੀਤੇ ਹੋਏ ਕਰਮ ਸਾਨੂੰ ਸਾਰੀ ਉਮਰ ਕਿਤੇ ਨਾ ਕਿਤੇ ਅੰਦਰ ਖਾਤੇ ਪਛਤਾਈ ਜਵਾਉਂਦਾ, ਪਛਤਾਵਾ ਉਹ ਪਛਤਾਉਣਾ ਪੈਂਦਾ। ਚਾਹੇ ਅਸੀਂ ਕਿਸੇ ਨੂੰ ਦੱਸੀਏ ਚਾਹੇ ਨਾ ਦੱਸੀਏ, ਉਹ ਮੈਟਰ ਨਹੀਂ ਕਰਦੇ ਹੈਗੇ ਕਦੀ ਗੁਣ ਉਹ, ਪਰ ਉਹ ਸਾਨੂੰ ਕਿਤੇ ਨਾ ਕਿਤੇ ਚੁੱਭ ਹੀ ਜਾਂਦੇ ਨੇ। ਸਾਰੀ ਉਮਰ ਚੁੱਭਦੇ ਜਦ ਤੱਕ ਜੀਂਦੇ ਹਾਂ ਅਸੀਂ, ਬਸ ਉਹਨੂੰ ਦਬਾ ਕੇ ਜੀ ਜਾਂਦੇ ਹਾਂ ਅਸੀਂ। ਪਰ ਜੇ ਕਰੀ ਨਾ ਤਾਂ ਸਦਾ ਸੁਖ ਪਾਇਆ। ਜਿਸ ਨੇ ਕਦੇ ਕੋਈ ਮਾੜੇ ਰਸਤੇ ਤੁਰੇ ਹੀ ਨਹੀਂ, ਹਮੇਸ਼ਾ ਹੀ ਸੁਖੀ ਹੈ ਉਹ। ਗੁਰ ਪ੍ਰਸਾਦ ਪਰਮ ਪਦ ਪਾਇਆ, ਫਿਰ ਗੁਰੂ ਦੀ ਕਿਰਪਾ ਨਾਲ ਪਰਮ ਪਦ ਨੂੰ ਪ੍ਰਾਪਤ ਕਰਦੇ ਨੇ। ਪਰਮ ਪਦ ਦਾ ਮਤਲਬ ਕੀ ਹੁੰਦਾ ਹੈ ਵੀ ਲੋਕ ਉਹਦੀ ਸੋਭਾ ਕਰਦੇ ਨੇ। ਜਿਸ ਵਿਅਕਤੀ ਨੇ ਸੋਹਣਾ ਜੀਵਨ ਜੀਆ, ਲੋਕਾਂ ਦੀ ਮਦਦ ਕੀਤੀ, ਆਪਣੇ ਆਪ ਨੂੰ ਵਧੀਆ ਬਣਾ ਕੇ ਰੱਖਿਆ, ਆਪਣੀ ਮਿਹਨਤ ਕਰਕੇ ਆਪ ਵੀ ਖਾਧਾ ਅਤੇ ਲੋਕਾਂ ਨੂੰ ਵੀ ਖਵਾਇਆ। ਖਵਾਉਣ ਦਾ ਮਤਲਬ ਇਹ ਨਹੀਂ ਕਿ ਉਡਾਇਆ, ਖਵਾਉਣ ਦਾ ਮਤਲਬ ਹੁੰਦਾ ਹੈ ਲੋੜਵੰਦ ਨੂੰ ਦੇਖ ਕੇ ਉਸਦਾ ਮਦਦ ਕਰਨੀ, ਲੋਕਾਂ ਨੂੰ ਚੰਗੇ ਰਸਤੇ ਪਾਉਣਾ ਵੀ ਮਦਦ ਕਰਨਾ ਹੀ ਹੈ। ਠੀਕ ਹੈ ਜੀ। ਤਾਂ ਪਰਮ ਪਦ ਦੀ ਪ੍ਰਾਪਤੀ ਕਰਦੇ ਨੇ। ਅੰਤਰ ਨਿਰਮਲ ਨਿਰਮਲ ਬਾਣੀ, ਨਿਰਮਲ ਬਾਣੀ ਹਰ ਗੁਣ ਸਹਿਜੇ ਗਾਵਨਿਆ। ਅੰਤਰ ਉਹਦਾ ਅੰਦਰਲਾ ਨਿਰਮਲ ਹੋ ਜਾਂਦਾ ਹੈ। ਅੰਦਰ ਕੀ ਹੋ ਜਾਂਦਾ ਹੈ? ਨਿਰਮਲ ਦਾ ਮਤਲਬ ਕੀ ਹੁੰਦਾ ਹੈ? ਸਾਫ ਸੁਥਰਾ ਸੱਚਾ ਹੋ ਜਾਂਦਾ ਹੈ, ਕੋਈ ਗੰਦਗੀ ਨਹੀਂ ਰਹਿੰਦੀ ਉਹਦੇ ਅੰਦਰ। ਉੱਪਰ ਕਿਸੇ ਨਾਲ ਮਿੱਠੂ ਬਣਦੇ ਆ, ਪਿਆਰ ਨਾਲ ਅੰਦਰੋਂ ਗਾਲਾਂ ਕੱਢੀ ਜਾਂਦੇ ਆ, ਉਹਦੇ ਅੰਦਰ ਇਹ ਸ਼ਬਦ ਹੁੰਦੇ ਹੀ ਨਹੀਂ। ਪਾਣੀ ਪਵਿੱਤਰ ਹੋ ਜਾਂਦਾ, ਅੰਦਰਲਾ ਸਫਾਈ ਹੋ ਜਾਂਦੀ ਹੈ ਹਰ ਇੱਕ ਚੀਜ਼ ਦੀ। ਨਿਰਮਲ ਬਾਣੀ, ਫਿਰ ਉਸ ਦੀ ਬੋਲ ਵੀ ਸਾਫ ਸੁਥਰੇ ਹੋ ਜਾਂਦੇ ਨੇ। ਜੇ ਅੰਦਰੋਂ ਨਿਰਮਲ ਹੈ ਤਾਂ ਹੀ ਬਾਹਰੋਂ ਨਿਰਮਲ ਹੋਊਗਾ ਨਾ। ਵੈਸੇ ਆਨੰਦ ਸਾਹਿਬ 'ਚ ਵੀ ਆਉਂਦਾ ਨਾ ਪੌੜੀ 'ਚ, ਕਿਤੇ 20ਵੀਂ 21ਵੀਂ ਪੌੜੀ 'ਚ ਹੈਗਾ ਮੈਨੂੰ ਲੱਗਦਾ ਨਾ। ਹਰ ਗੁਣ ਸਹਿਜੇ ਗਾਵਨਿਆ, ਹਰ ਗੁਣ ਉਹ ਪਰਮਾਤਮਾ ਦੇ ਗੁਣਾਂ ਨੂੰ ਦੇ ਅਨੁਸਾਰ ਸਹਿਜੇ ਸਹਿਜੇ ਆਪਣਾ ਜੀਵਨ ਕੱਢਦੇ ਨੇ। ਫਿਰ ਸਹਿਜ ਦਾ ਮਤਲਬ ਹੁੰਦਾ ਵੀ ਕੋਈ ਕਾਹਲ ਨਹੀਂ। ਕਾਹਲ ਹਮੇਸ਼ਾ ਉਹ ਬੰਦੇ ਕਰਦੇ ਨੇ, ਕਾਹਲੀ ਯਾਦ ਰੱਖਿਓ, ਜਿਹੜੇ ਆਪਣੇ ਕੰਮ ਨੂੰ ਸਹੀ ਸਮੇਂ 'ਤੇ ਨਹੀਂ ਕਰਦੇ। ਉਹਨਾਂ ਦੇ ਜੀਵਨ 'ਚ ਹਮੇਸ਼ਾ ਕਾਹਲੀ ਹੁੰਦੀ ਹੈ। ਜਿਹੜਾ ਬੰਦਾ ਸਵੇਰੇ ਟਾਈਮ ਨਾਲ ਉੱਠਦਾ ਨਹੀਂ, ਮੰਨ ਲਓ 8 ਵਜੇ ਉੱਠਣਾ, ਉਹਨੇ 9 ਵਜੇ ਜਾਣਾ ਕਿਤੇ, ਉਹ ਕਾਹਲੀ ਉਹ ਕਰੂਗਾ। ਉਹ ਕੰਮ ਦੀ ਵੀ ਕਾਹਲੀ ਕਰੂ, ਰੋਟੀ ਖਾਣ ਦੀ ਵੀ ਕਾਹਲੀ ਕਰੂ। ਫਿਰ ਜੇ ਬਾਹਰ ਵੀ ਜਾਊਗਾ ਤਾਂ ਵੀ ਤੇਜ਼ ਜਾਊਗਾ, ਉਹਦੇ ਨਾਲ ਉਹਦਾ ਵੀ ਨੁਕਸਾਨ ਹੋ ਸਕਦਾ, ਕਿਸੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਉਹਦੀ ਕਾਹਲੀ ਕਰਕੇ। ਫਿਰ ਦਿਮਾਗ 'ਤੇ ਲੋੜ, ਅੱਗੋਂ ਛਿੱਤਰ ਵੀ ਪੈ ਸਕਦੇ ਨੇ, ਗਲਤੀ ਸੀ ਨਾ। ਹੁਣ ਸਹਿਜ ਦਾ ਮਤਲਬ ਕੀ ਹੈ? ਉਹ ਵਿਅਕਤੀ ਉਹ ਬੜੇ ਡਿਸਪਲਿਨ 'ਚ ਜ਼ਿੰਦਗੀ ਜਿੰਦੇ ਨੇ। ਪਤਾ 9 ਵਜੇ ਜਾਣਾ, ਉਹ 5 ਵਜੇ ਉੱਠ ਖੜ੍ਹਦੇ ਨੇ। ਉੱਠ ਕੇ ਖੜ੍ਹਦੇ ਨੇ, ਉਹਦਾ ਜੀਵਨ ਇੱਦਾਂ ਹੀ ਹੁੰਦਾ, ਇੱਕ ਡਿਸਪਲਿਨ ਬਣਿਆ ਹੁੰਦਾ। ਸਮੇਂ ਨਾਲ ਉੱਠ ਕੇ ਹਰ ਇੱਕ ਨੂੰ ਟਾਈਮ ਟੇਬਲ ਨਾਲ ਕਰਨਾ, ਸਹਿਜੇ ਆਪਣੇ ਜੀਵਨ, ਉਹਨਾਂ ਦਾ ਜੀਵਨ ਬੜਾ ਸਹਿਜ ਅਵਸਥਾ 'ਚ ਹੋ ਜਾਂਦਾ। ਬੰਦੇ ਕਈ ਤਾਂ ਜਾਂਦੇ ਨੇ ਵੀ ਲੈ ਤਾਂ ਜੀ ਟਾਈਮ ਟੇਬਲ ਵਾਂਗੂ ਜਿੰਦੇ ਨੇ। ਅਸੀਂ ਦੇਖੋ ਉਹ ਜਿਹੜੇ ਬੜਾ ਰੌਲਾ ਪਾਉਂਦੇ ਨਾ, ਸਾਨੂੰ ਦੇਖੋ ਅਸੀਂ ਤਾਂ ਮੌਜਾਂ ਕਰਦੇ ਹਾਂ, ਮੌਜਾਂ ਥੋੜ੍ਹੇ ਸਮੇਂ ਦੀਆਂ ਹੁੰਦੀਆਂ ਨੇ, ਬਾਅਦ 'ਚੋਂ ਰੋਂਦੇ ਹੀ ਦਿਖਦੇ ਨੇ ਬੰਦੇ, ਜਾਂ ਨਸ਼ਿਆਂ 'ਚ ਲੱਗੇ ਹੁੰਦੇ ਨੇ। ਜਿਹੜਾ ਆਲਸੀ ਬੰਦਾ ਉਹ ਗਲਤ ਰਸਤਿਆਂ 'ਤੇ ਤੁਰੂਗਾ ਹਮੇਸ਼ਾ। ਜ਼ਿਆਦਾ ਚਾਂਸ ਬਣ ਜਾਂਦੇ ਨੇ। ਕਿਸੇ ਇੱਕ ਅੱਧੇ ਦੀ ਗੱਲ ਨਹੀਂ ਕਰਦੇ ਆਪਾਂ, ਜ਼ਿਆਦਾਤਰ ਉਹ ਆਲਸੀ ਬੰਦਾ ਗਲਤ ਰਸਤੇ ਤੁਰ ਜਾਊਗਾ, ਕਿਉਂਕਿ ਕੰਮ ਸਹੀ ਸਮੇਂ 'ਤੇ ਕਿਤੇ ਨਹੀਂ ਹੋਣਗੇ। ਫਿਰ ਉਹ ਸ਼ੋਰਟਕੱਟ ਭਾਲੂਗਾ ਜ਼ਿੰਦਗੀ 'ਚ। ਰੋਟੀ ਤਾਂ ਖਾਣੀ ਹੈ ਨਾ ਹਰ ਇੱਕ ਨੇ। ਤਾਂ ਉਹ ਵਿਅਕਤੀ ਆਪਣੇ ਜੀਵਨ ਨੂੰ ਸਹਿਜ ਅਵਸਥਾ ਵਿੱਚ ਜੀਂਦੇ ਨੇ। ਫਿਰ ਸਿਮਰਤ ਸਾਸਤ ਬੇਦ ਵਖਾਣੈ, ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਨੇ ਕਿ ਭਾਈ ਵੇਦ ਸ਼ਾਸਤਰ ਸਿਮਰਤੀਆਂ ਹੋਰਾਂ ਨੂੰ ਪੜ੍ਹ ਕੇ ਸੁਣਾਉਂਦਾ ਰਹਿੰਦਾ ਹੈ। ਸਿਮਰਤ ਸਾਸਤ ਵੇਦ ਵਖਾਣੈ, ਭਰਮੇ ਭੁੱਲਾ ਤਤ ਨਾ ਜਾਣੈ। ਜਿਵੇਂ ਹੁਣ ਦੇਖੋ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਪੜ੍ਹ ਕੇ ਸੁਣਾਈ ਜਾ ਰਹੇ ਹਾਂ, ਪਰ ਆਪਣੇ ਉੱਪਰ ਅਸਰ ਨਾ ਹੋ ਰਿਹਾ ਹੋਵੇ ਤਾਂ ਉਹ ਕੀ ਕਹਿੰਦੇ ਨੇ ਗੁਰੂ ਜੀ? ਕਹਿੰਦੇ ਉਹ ਮਾਇਆ ਦੇ ਐਸੇ ਭਰਮ ਵਿੱਚ ਭੁੱਲਿਆ ਹੋਇਆ ਵੀ ਉਹ ਤੱਤ ਨੂੰ ਸਮਝ ਨਹੀਂ ਪਾ ਰਿਹਾ, ਪਰ ਪੜ੍ਹ ਕੇ ਲੋਕਾਂ ਨੂੰ ਸੁਣਾਈ ਜਾ ਰਿਹਾ। ਜਿੰਨਾ ਪੁਜਾਰੀ ਵਰਗਾ ਹੀ ਕੰਮ ਕਰ ਰਿਹਾ ਨਾ, ਉਹਨੂੰ ਆਪ ਨੂੰ ਇੱਕ ਆਨੇ ਦੀ ਅਕਲ ਨਹੀਂ ਆਉਂਦੀ ਉਹਦੇ ਵਿੱਚੋਂ, ਉਹ ਖੁਦ ਵੀ ਭਰਮ ਭੁਲੇਖਿਆਂ 'ਚ ਪਿਆ ਹੁੰਦਾ, ਦੂਜਿਆਂ ਨੂੰ ਵੀ ਪਾਈ ਜਾਂਦਾ। ਸਪਸ਼ਟ ਗੱਲਾਂ ਗੁਰੂ ਜੀ ਕਰ ਰਹੇ ਨੇ, ਕੋਈ ਇਹਦੀ ਲੁਕਾਉਣ ਘੂਣ ਵਾਲੀ ਗੱਲ ਕੋਈ ਨਹੀਂ ਹੈ। ਕਲੀਅਰ ਗੱਲਾਂ ਨੇ, ਸਮਝ ਲਾਂਗੇ ਜ਼ਿੰਦਗੀ ਸੌਖੀ ਬਣ ਜੂਗੀ, ਨਹੀਂ ਸਮਝਾਂਗੇ ਔਖੀ ਹੋ ਜੂਗੀ। ਉਹ ਤਾਂ ਹੋਈ ਵੀ ਰਹੀ ਹੈ, ਤਾਂ ਹੀ ਘਰਾਂ 'ਚ ਕਲੇਸ਼ ਨੇ, ਦੁੱਖ ਨੇ। ਜੇ ਬਾਣੀ ਨੂੰ ਸਮਝਿਆ ਨਹੀਂ ਹੈ, ਸਿਰਫ ਅਖੰਡ ਪਾਠ ਸਾਹਿਬ ਕਰਾਂ ਦੀ ਜ਼ੋਰ ਲਾ ਕੇ ਰੱਖਿਆ, ਉਹ ਵੀ ਕਿਸੇ ਤੋਂ। ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖੋ ਦੁੱਖ ਕਮਾਵਨਿਆ।
ਬਿਨਾ ਸਤਿਗੁਰੂ ਸੇਵੇ, ਭਾਵ ਬਿਨਾ ਸੱਚੇ ਗੁਰੂ ਅਨੁਸਾਰ ਚੱਲੇ। ਸਤਿਗੁਰੂ, ਸਤ ਮਤਲਬ ਸੱਚਾ, ਗੁਰੂ ਦਾ ਮਤਲਬ ਗਿਆਨ, ਸੱਚੇ ਗੁਰੂ ਦੇ ਗਿਆਨ ਸੇਵੇ ਦਾ ਮਤਲਬ ਉਹਦੇ ਅਨੁਸਾਰ ਜੀਵਨ ਜੀਣਾ। ਬਿਨਾ ਸੱਚੇ ਗੁਰੂ ਦੇ ਅਨੁਸਾਰ ਚੱਲੇ ਸੁਖ ਦੀ ਨਹੀਂ ਮਿਲਦਾ, ਸੁਖ ਨਾ ਪਾਏ, ਸੁਖ ਪ੍ਰਾਪਤ ਨਹੀਂ ਹੁੰਦਾ। ਦੁੱਖੋ ਦੁੱਖ ਕਮਾਵਨਿਆ, ਇਹ ਜੀਵਨ ਦੁੱਖਾਂ ਵਿੱਚ ਨਿਕਲ ਜਾਂਦਾ ਹੈ। ਬਚਪਨ 'ਚ ਬੱਚਿਆਂ ਨੂੰ ਡਿਸਪਲਿਨ ਨਹੀਂ ਸਿਖਾਉਂਦੇ, ਇਹ ਅਨਡਿਸਪਲਿਨ ਦਾ ਲਾਈਫ ਵਧੀ ਜਾਂਦੀ ਹੈ, ਬੜਾ ਹੋਈ ਜਾਂਦਾ, ਬੜਾ ਹੋਈ ਜਾਂਦਾ। ਫਿਰ ਹੋਰ ਦੁਖੀ ਹੋ ਜਾਂਦੇ ਅਸੀਂ ਇਹਨਾਂ ਨੂੰ ਚੀਜ਼ਾਂ ਕਰ ਕਰਕੇ। ਆਪਣੇ ਆਪ ਨੂੰ ਵੀ ਡਿਸਪਲਿਨ 'ਚ ਲੈ ਕੇ ਆਈਏ, ਬੱਚਿਆਂ ਨੂੰ ਵੀ ਅਸੀਂ ਅਨੁਸ਼ਾਸਨ 'ਚ ਲੈ ਕੇ ਆਈਏ, ਗੁਰਬਾਣੀ ਨਾਲ ਜੋੜੀਏ, ਆਪ ਪੜ੍ਹੀਏ, ਪਰ ਆਪ ਕਮਾ ਕੇ ਦਿਖਾਈਏ। ਬੱਚੇ ਸਾਡੀ ਗੱਲ ਤਾਂ ਮੰਨਣਗੇ ਜੇ ਸਾਡਾ ਜੀਵਨ ਗੁਰਬਾਣੀ ਵਰਗਾ ਹੋਊਗਾ। ਇਹ ਨਾ ਹੋਵੇ ਕਿ ਅਸੀਂ ਬੱਚਿਆਂ ਥੋਪੀ ਚੱਲੀਏ, ਆਪ ਹੋ ਜੇ ਹੋਈਏ ਨਾ, ਫਿਰ ਨਹੀਂ ਬੱਚੇ ਮੰਨਦੇ, ਫਿਰ ਬੱਚੇ ਕਹਿਣਗੇ ਤਾਂ ਪਖੰਡੀ ਨੇ। ਠੀਕ ਹੈ ਜੀ। ਤਾਂ ਪਹਿਲਾਂ ਆਪਣੇ ਆਪ ਨੂੰ ਬਦਲਣ ਲਈ ਅਸੀਂ ਮਿਹਨਤ ਵੀ ਕਰਨੀ ਹੈ ਨਾਲ ਨਾਲ। ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਐ ਜੇ ਭੁੱਲਾ ਹੋਈ। ਗੁਰੂ ਜੀ ਕਹਿੰਦੇ ਪਰ ਇਹ ਸਾਰੀ ਖੇਡ ਪ੍ਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਸਭ ਜੀਵਾਂ ਵਿੱਚ ਵਿਆਕੁਪ ਹੋ ਕੇ ਪ੍ਰਮਾਤਮਾ ਆਪ ਹੀ ਸਭ ਕੁਝ ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ ਕਿ ਤੂੰ ਕਰਾਹੇ ਜਾ ਰਿਹਾ ਹੈ। ਕੁਐਸਚਨ ਦੇਖੋ, ਇਹ ਕਿਉਂ ਕਿਹਾ? ਕਿਉਂਕਿ ਗੁਰੂ ਜੀ ਕਹਿੰਦੇ ਤੂੰ ਆਪਣੇ ਆਪ ਨੂੰ ਸੁਣਾ। ਬਾਣੀ ਹਮੇਸ਼ਾ ਹੈ ਨਾ ਫਸਟ ਪਰਸਨ, ਸੈਕੰਡ, ਥਰਡ ਪਰਸਨ, ਬਾਣੀ ਹਮੇਸ਼ਾ ਫਸਟ ਪਰਸਨ ਲਈ ਹੈ। ਜਿਹੜਾ ਪੜ੍ਹ ਰਿਹਾ ਉਹਦੇ ਵਾਸਤੇ ਹੀ ਹੈ ਇਹ। ਆਪਣੇ ਆਪ ਨੂੰ ਬਦਲਣਾ ਆਪਾਂ ਨੇ। ਠੀਕ ਹੈ ਜੀ। ਕਿਉਂਕਿ ਕਿਸੇ ਨੂੰ ਸਮਝਾਉਣ ਦੀ ਲੋੜ ਤਾਂ ਪੈ ਸਕਦੀ ਹੈ ਜੇ ਉਹ ਆਪ ਕੁਰਾਹੇ ਪਿਆ ਹੋਇਆ ਹੋਵੇ। ਭਾਵ ਹੁਣ ਦੇਖੋ, ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਐ ਜੇ ਭੁੱਲਾ ਹੋਈ। ਗੁਰੂ ਜੀ ਕਹਿੰਦੇ ਦੇਖੋ ਸਾਰੀਆਂ ਗੱਲਾਂ ਆਪਾਂ ਨੂੰ ਸਮਝਾ ਵੀ ਦਿੱਤੀਆਂ, ਪਰ ਇਹ ਗੁਰੂ ਜੀ ਗੱਲਾਂ ਤਾਂ ਕਹਿੰਦੇ ਨੇ, ਤਾਂ ਸਮਝਾਉਂਦੇ ਨੇ ਕਿ ਹੰਕਾਰ ਨਾ ਆ ਜਾਵੇ। ਨਹੀਂ ਇੱਕ ਬੰਦਾ ਕੁਛ ਕਰਕੇ ਫਿਰ ਦੂਜਾ ਸਮਝਾ ਕੇ ਹੰਕਾਰੀ ਹੋ ਜਾਂਦਾ ਨਾ, ਦੇਖੋ ਮੈਂ ਤੁਹਾਨੂੰ ਐਂ ਕਰਨਾ ਹੈ, ਫਿਰ ਮੈਂ ਬੜੀ ਵੱਜਣ ਲਾ ਜਾਂਦੀ ਹੈ, ਇਹ ਵੀ ਗੜਬੜ ਹੋ ਜਾਂਦੀ ਹੈ। ਉਹ ਹੰਕਾਰ ਨਾ ਅੰਦਰ ਆਵੇ, ਅਭਿਮਾਨ ਨਾ ਆਵੇ, ਆਪਣੀ ਪ੍ਰੈਕਟਿਸ ਵਿੱਚੋਂ ਲੱਗਿਆ ਰਹੇ। ਆਖਣ ਜਾਈਏ ਜੇ ਭੁੱਲਾ ਹੋਈ, ਕਹਿੰਦੇ ਮੈਂ ਆਖਣ ਦਾ ਤਾਂ ਜਾਵਾਂ, ਇਹ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਜੋ ਭੁੱਲਾ ਹੋਇਆ ਹੋਵੇ। ਵੀ ਪ੍ਰਮਾਤਮਾ ਨੇ ਜੋ ਇਹ ਸਿਸਟਮ ਸਾਰਾ ਬਣਾਇਆ ਹੈ, ਇਹ ਬਿਲਕੁਲ ਸਹੀ ਬਣਾਇਆ ਹੋਇਆ ਹੈ। ਹੁਣ ਅਸੀਂ ਉਹਦੇ ਵਿੱਚ ਰਹਿ ਕੇ ਚੰਗੇ ਕੰਮ ਕਰਨੇ ਨੇ, ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਣਾਉਣਾ ਹੈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਨਿਆ। ਗੁਰੂ ਜੀ ਕਹਿੰਦੇ ਉਹ ਸਾਰਾ ਕੁਝ ਆਪ ਹੀ ਕਰਾ ਰਿਹਾ ਹੈ। ਪ੍ਰਮਾਤਮਾ ਨਾਨਕ ਜੀ ਕਹਿੰਦੇ ਨੇ ਸਭ ਵਿੱਚ ਵਿਆਪਕ ਹੋ ਕੇ ਖੁਦ ਹੀ ਵਿਚਰ ਰਿਹਾ ਹੈ, ਜੀਵਾਂ ਪਾਸੋਂ ਕੰਮ ਕਰਾ ਰਿਹਾ ਹੈ। ਉਹ ਆਪ ਹੀ ਸਰਵ ਵਿਆਪਕ ਹੋ ਕੇ ਆਪਣੇ ਨਾਮ ਵਿੱਚ ਲੀਨ ਹੋ ਸਕਦਾ ਹੈ। ਜਿਹੜਾ ਵੀ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਹੋਊਗਾ, ਉਸ ਨੂੰ ਪ੍ਰਮਾਤਮਾ ਦੀਆਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਸਾਨੂੰ ਗੁਰੂ ਜੀ ਸਮਝਾ ਰਹੇ ਨੇ, ਵੱਡੀਆਂ ਵੱਡੀਆਂ ਨੇ, ਕਹਿਣ ਨੂੰ ਛੋਟੀ ਗੱਲ ਹੋ ਜਾਂਦੀ ਹੈ, ਜੋ ਕਮਾਉਣਾ ਪੈਂਦਾ ਬਹੁਤ ਵੱਡੀ ਗੱਲ ਹੈ। ਜੀਵਨ ਲਾ ਜਾਂਦਾ ਇੱਕ ਸ਼ਬਦ ਨੂੰ ਕਮਾਉਣ ਨੂੰ ਵੀ, ਉਹ ਸਮਝ ਪੈਂਦੀ ਹੈ, ਜੀਵਨ ਵਧੀਆ ਸਾਫ ਸੁਥਰੇ ਬਣ ਜਾਂਦੇ ਨੇ, ਅਤੇ ਸਾਡਾ ਦੇਖੋ ਜੀਵਨ ਬਦਲ ਜਾਂਦਾ ਹੈ। ਸਾਨੂੰ ਗੁਰੂ ਜੀ ਵਾਰ-ਵਾਰ ਸਮਝਾ ਰਹੇ ਨੇ ਵੀ ਤੂੰ ਕਰਮ ਸਹੀ ਕਰ, ਜੇ ਮਿਹਨਤ ਕਰਨਾ ਹੈ ਤਾਂ ਮਿਹਨਤ ਕਰ, ਕਾਹਨੂੰ ਸੁਸਤੀ ਪਾਈ ਹੈ। ਕਿਉਂਕਿ ਜੀਵਨ ਵਾਰ-ਵਾਰ ਤਾਂ ਮੈਨੂੰ ਇੱਕ ਦਿਨ ਤਾਂ ਚਲੀ ਜਾਣਾ ਹੈ, ਵਾਰੀ ਸਭ ਨੇ ਖਤਮ ਹੋ ਹੀ ਜਾਣਾ ਹੈ, ਫਿਰ ਤਾਂ ਫਾਇਦਾ ਉਠਾ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।